ਪੈਨ ਰੈਡੀ ਰੱਖਿਓ। ਅੱਜ ਅਸੀਂ 2-3 ਚੀਜ਼ਾਂ ਜਿਹੜੀਆਂ ਉਸ ਨੂੰ ਨਾਲ ਦੇਖਾਂਗੇ। ਸੋ ਹੁਣ ਆਓ ਆਪਾਂ 11ਵੇਂ ਚੈਪਟਰ ਦੇ ਵਿੱਚ ਆ ਗਏ ਹਾਂ। 11ਵੇਂ ਚੈਪਟਰ ਦੀਆਂ ਪਹਿਲੀਆਂ ਅਸੀਂ ਦੇਖਾਂਗੇ ਕਿ 12 ਆਇਤਾਂ ਜਿਸ ਨੂੰ ਮਿਲ ਜਾਣ। ਥੋੜਾ ਜਿਹਾ ਸਾਨੂੰ ਥੋੜਾ ਜਿਹਾ ਰਿਵਾਈਜ਼ ਵੀ ਹੋ ਜਾਏਗਾ ਔਰ ਉਸ ਦੇ ਨਾਲ ਅਸੀਂ ਵਚਨ ਦੇ ਵਿੱਚ ਅੱਗੇ ਸਮਝਣ ਦੇ ਵਿੱਚ ਵੀ ਆਸਾਨੀ ਹੋਵੇ। ਜਿਸ ਨੂੰ ਮਿਲ ਜਾਏ। ਮੈਂ ਪੜ੍ਹ ਦਿੰਦਾ ਪਾਸਟਰ ਜੀ। ਗੋ ਹੈਡ ਮੇਰਾ ਵੀਰਾ। ਸਾਰਿਆਂ ਨੂੰ ਜੈ ਮਸੀਹ ਦੀ। ਜੈ ਮਸੀਹ ਦੀ। ਸਫਾ ਹੈਗਾ 364 ਪੁਰਾਣੇ ਨੇਮ ਦਾ। ਯਿਫਤਾ ਨਾਂ ਦਾ ਇੱਕ ਸੂਰਬੀਰ ਆਦਮੀ ਗਿਲਾਦ ਵਿੱਚ ਰਹਿੰਦਾ ਸੀ। ਉਸ ਦੀ ਮਾਂ ਵੇਸਵਾ ਸੀ ਅਤੇ ਪਿਤਾ ਇੱਕ ਗਿਲਿਆਦੀ ਸੀ। ਉਸਦੇ ਪਿਤਾ ਦੇ ਹੋਰ ਵੀ ਪੁੱਤਰ ਸਨ ਜੋ ਉਸਦੀ ਪਤਨੀ ਤੋਂ ਉਸਦੇ ਘਰ ਜੰਮੇ ਸਨ। ਇਸ ਲਈ ਉਸ ਦੇ ਪੁੱਤਰਾਂ ਨੇ ਵੱਡੇ ਹੋ ਕੇ ਯਿਫਤਾ ਨੂੰ ਕਿਹਾ, ਤੈਨੂੰ ਸਾਡੇ ਪਿਤਾ ਦੀ ਜਾਇਦਾਦ ਦਾ ਕੋਈ ਹਿੱਸਾ ਨਹੀਂ ਮਿਲ ਸਕਦਾ ਕਿਉਂਕਿ ਤੇਰੀ ਮਾਂ ਪਰਾਈ ਔਰਤ ਹੈ। ਸੋ ਯਿਫਤਾ ਆਪਣੇ ਭਰਾਵਾਂ ਕੋਲੋਂ ਨੱਠ ਕੇ ਤੋਬ ਦੇ ਇਲਾਕੇ ਵਿੱਚ ਰਹਿਣ ਲੱਗਾ। ਉਸਨੇ ਆਪਣੇ ਨਾਲ ਕੁਝ ਗੁੰਡੇ ਇਕੱਠੇ ਕਰ ਲਏ ਜੋ ਉਸਦੇ ਨਾਲ ਹਰ ਸਮੇਂ ਰਹਿਣ ਲੱਗੇ। ਤਦ ਅਮੋਨੀ ਲੋਕ ਇਸਰਾਏਲੀਆਂ ਨਾਲ ਲੜਾਈ ਕਰਨ ਲੱਗੇ। ਜਦੋਂ ਇਹ ਹੋਇਆ ਤਾਂ ਗਿਲਾਦ ਤੋਂ ਇਸਰਾਏਲੀ ਬਜ਼ੁਰਗ ਤੋਬ ਦੇਸ਼ ਤੋਂ ਯਿਫਤਾ ਨੂੰ ਵਾਪਸ ਲੈਣ ਲਈ ਗਏ। ਇਸਰਾਏਲੀ ਬਜ਼ੁਰਗਾਂ ਨੇ ਯਿਫਤਾ ਨੂੰ ਕਿਹਾ, ਤੂੰ ਆ ਕੇ ਅਮੋਨੀਆਂ ਵਿਰੁੱਧ ਅਗਵਾਈ ਕਰ ਤਾਂ ਜੋ ਅਸੀਂ ਉਹਨਾਂ ਨਾਲ ਲੜੀਏ। ਯਿਫਤਾ ਨੇ ਉਹਨਾਂ ਨੂੰ ਉੱਤਰ ਦਿੱਤਾ, ਤੁਸੀਂ ਮੈਨੂੰ ਘਿਰਣਾ ਕਰਦੇ ਹੋ, ਇਸੇ ਲਈ ਤੁਸੀਂ ਮੈਨੂੰ ਆਪਣੇ ਪਿਤਾ ਦੇ ਘਰੋਂ ਨਿਕਲਣ ਲਈ ਮਜਬੂਰ ਕੀਤਾ। ਤੁਸੀਂ ਆਪਣੇ ਦੁੱਖ ਸਮੇਂ ਮੇਰੇ ਕੋਲ ਕੀ ਲੈਣ ਆਏ ਹੋ? ਇਸਰਾਏਲੀ ਬਜ਼ੁਰਗਾਂ ਤੇ ਉਸ ਨੂੰ ਉੱਤਰ ਦਿੱਤਾ, ਠੀਕ ਹੈ, ਅਸੀਂ ਤੇਰੇ ਕੋਲ ਇਸ ਕਰਕੇ ਆਏ ਹਾਂ ਕਿ ਤੂੰ ਸਾਡਾ ਅਮੋਨੀ ਲੋਕਾਂ ਦੇ ਵਿਰੁੱਧ ਲੜਨ ਵਿੱਚ ਸਾਥ ਦੇਵੇਂ। ਸਾਰੇ ਗਿਲਾਦ ਨਿਵਾਸੀ ਤੇਰੇ ਪਿੱਛੇ ਚੱਲਣਗੇ। ਯਿਫਤਾ ਨੇ ਉੱਤਰ ਦਿੱਤਾ, ਤੁਸੀਂ ਮੈਨੂੰ ਆਪਣੇ ਨਾਲ ਵਾਪਸ ਲੈ ਜਾਣਾ ਚਾਹੁੰਦੇ ਹੋ ਤਾਂ ਯਾਦ ਰੱਖੋ, ਜੇਕਰ ਪ੍ਰਭੂ ਨੇ ਅਮੋਨੀਆਂ ਦੇ ਵਿਰੁੱਧ ਮੈਨੂੰ ਜਿੱਤ ਦਿੱਤੀ ਤਾਂ ਮੈਂ ਤੁਹਾਡਾ ਨਿਆਂ ਪ੍ਰਬੰਧਕ ਹੋਵਾਂਗਾ। ਇਸਰਾਏਲੀ ਬਜ਼ੁਰਗਾਂ ਨੇ ਉੱਤਰ ਦਿੱਤਾ, ਠੀਕ ਹੈ, ਅਸੀਂ ਤੇਰੇ ਕਹੇ ਅਨੁਸਾਰ ਕਰਾਂਗੇ। ਪ੍ਰਭੂ ਸਾਡਾ ਇਸ ਦੇ ਲਈ ਗਵਾਹ ਹੈ। ਸੋ ਯਿਫਤਾ ਇਸਰਾਏਲੀ ਬਜ਼ੁਰਗਾਂ ਦੇ ਨਾਲ ਗਿਆ। ਉਹਨਾਂ ਨੇ ਉਸ ਨੂੰ ਆਪਣਾ ਨਿਆਂ ਪ੍ਰਬੰਧਕ ਬਣਾਇਆ। ਯਿਫਤਾ ਨੇ ਮਿਸਫਾ ਦੀ ਥਾਂ ਤੇ ਪ੍ਰਭੂ ਦੇ ਸਾਹਮਣੇ ਆਪਣੀਆਂ ਸਭ ਸ਼ਰਤਾਂ ਇਸਰਾਏਲੀਆਂ ਨੂੰ ਦੱਸੀਆਂ। ਤਦ ਯਿਫਤਾ ਨੇ ਅਮੋਨੀ ਰਾਜਾ ਕੋਲ ਇਹ ਕਹਿ ਕੇ ਸੰਦੇਸ਼ ਘੱਲੇ, ਤੇਰਾ ਮੇਰੇ ਨਾਲ ਕੀ ਝਗੜਾ ਹੈ ਕਿ ਤੂੰ ਮੇਰੇ ਦੇਸ਼ ਉੱਤੇ ਹੱਲਾ ਕੀਤਾ ਹੈ। ਪੜੇ ਸੁਣੇ ਜਾਣ ਤੇ ਸੋ ਹੁਣ ਅਸੀਂ ਦੇਖੀਏ ਕਿ ਇਹ ਕਿਸ ਇਲਾਕੇ ਦੀ ਗੱਲ ਹੋ ਰਹੀ ਆ ਔਰ ਅਮੋਨੀ ਲੋਕ ਜਿਹੜੇ ਆ ਉਹ ਕਿੱਥੇ ਰਹਿੰਦੇ ਪਏ ਆ। ਉਹਨਾਂ ਸਾਰਿਆਂ ਨੂੰ ਅਸੀਂ ਦੇਖਦੇ ਹਾਂ। ਸੋ let me go to this picture. ਸੋ ਜਿਸ ਲਈ ਅਸੀਂ ਇਸ ਪਿਕਚਰ ਦੇ ਵਿੱਚ ਜਾਣਦੇ ਹਾਂ ਤੇ ਅਸੀਂ ਇੱਥੇ ਦੇਖਦੇ ਹਾਂ ਕਿ ਆਹ ਜਿਹੜਾ ਇਲਾਕਾ ਆ ਇਹ ਸਾਰਾ ਅਮੋਨੀਆ ਦਾ ਇਲਾਕਾ ਹੈ ਔਰ ਇਸ ਦੇ ਥੱਲੇ ਆਹ ਰੂਬਨ ਦਾ ਇਲਾਕਾ ਤੇ ਇਹ ਸਾਰੇ ਇਲਾਕੇ ਆਉਂਦੇ ਪਏ ਆ। ਸੋ ਅਮੋਨੀ ਜਿਹੜੇ ਆ ਉਹਨਾਂ ਦੇ ਨਾਲ ਬਾਰ-ਬਾਰ ਲੜਦੇ ਪਏ ਆ ਔਰ ਅਸੀਂ ਦੇਖਣਾ ਕਿ ਜਿਹੜੀ ਉਹਨਾਂ ਨੇ ਗੱਲਬਾਤ ਲੈ ਕੇ ਵੀ ਆਉਣੀ ਆ ਅਮੋਨੀਆ ਨੇ, ਉਹਨਾਂ ਨੇ ਕਹਿਣਾ ਕਿ ਤੁਸੀਂ ਸਾਡੀ ਧਰਤੀ ਦੇ ਉੱਤੇ ਕਬਜ਼ਾ ਕਰਕੇ ਇੱਧਰ ਬੈਠੇ ਹੋ ਆ, ਪ੍ਰਭੂ ਨੇ ਤੁਹਾਨੂੰ ਇਹ ਧਰਤੀ ਨਹੀਂ ਦਿੱਤੀ, ਤੁਸੀਂ ਸਾਰੇ ਦੇ ਸਾਰੇ ਦੂਜੇ ਪਾਸੇ ਜਾਓ। ਔਰ ਜਿਸ ਵੇਲੇ ਅਸੀਂ ਜੱਜਸ ਨੂੰ ਦੇਖਦੇ ਹੈਗੇ ਆ ਤੇ ਅਸੀਂ ਦੇਖਦੇ ਹਾਂ ਕਿ ਜਿਹੜਾ ਯਿਫਤਾ ਆ ਉਹ ਅਗਰ ਇਸ ਇਲਾਕੇ ਨੂੰ ਦੇਖੀਏ ਤਾਂ ਉਹ ਆਹ ਜਿਹੜੀ ਮਨੱਸੇ ਨੂੰ ਜਿਹੜੀ ਧਰਤੀ ਮਿਲੀ ਆ ਉਹ ਉਸਦੇ ਵਿੱਚ ਉਸਦੀ ਗੱਲ ਉੱਥੇ ਹੋ ਰਹੀ ਆ। ਇਹ ਇਲਾਕਾ ਜਿਹੜਾ ਸੀਗਾ ਮਨੱਸੇ ਦੇ ਕਬੀਲੇ ਦੇ ਵਿੱਚੋਂ ਇਹ ਹੋਇਆ ਸੀ ਔਰ ਇੱਥੋਂ ਜਿਹੜੇ ਅਮੋਨੀ ਲੋਕ ਆ ਉਹ ਇਹਨਾਂ ਲੋਕਾਂ ਦੇ ਨਾਲ ਮਨੱਸੇ ਦੇ ਕਬੀਲੇ ਦੇ ਨਾਲ ਬਾਰ-ਬਾਰ ਲੜਦੇ ਪਏ। ਸੋ ਉਹਨਾਂ ਦੇ ਬਜ਼ੁਰਗਾਂ ਨੇ ਕਿਹਾ ਕਿ ਤੂੰ ਆ ਕੇ ਸਾਡੀ ਮਦਦ ਕਰ, ਤੂੰ ਸਾਡੀ ਆ ਕੇ ਮਦਦ ਕਰ। ਸੋ ਇਹ ਅਮੋਨੀ ਲੋਕ ਆ, ਇਹ ਲੂਤ ਦੀ ਜਿਹੜੀ ਸੰਤਾਨ ਸੀਗੀ ਇਹ ਉਹਨਾਂ ਦੇ ਵਿੱਚੋਂ ਸੀ। ਅਮੋਨੀ ਇੱਥੇ ਰਹਿੰਦੇ ਸੀ, ਮੁਆਬੀ ਇੱਥੇ ਰਹਿੰਦੇ ਸੀ। ਸੋ ਹੁਣ ਇਸ ਵੇਲੇ ਇੱਧਰਲੇ ਪਾਸਿਓਂ ਜਿਹੜਾ ਹਮਲਾ ਹੋ ਰਿਹਾ ਉਹ ਇੱਧਰਲੇ ਪਾਸਿਓਂ ਹੋ ਰਿਹਾ ਔਰ ਪ੍ਰਭੂ ਨੇ
ਇੱਥੋਂ ਜਿਹੜਾ ਯਿਫਤਾ ਸੀ ਪ੍ਰਭੂ ਨੇ ਇੱਥੋਂ ਖੜਾ ਕੀਤਾ ਸੀ। ਸੋ ਆਓ ਹੁਣ ਆਪਾਂ ਵਾਪਸ ਚਲੀਏ। ਸੋ ਉਸਨੂੰ ਜਿਹੜੀ ਮੇਨ ਚੀਜ਼ ਹੈ ਇਸ ਦੇ ਵਿੱਚ, ਬਾਕੀ ਤਾਂ ਇੱਕ ਤਰ੍ਹਾਂ ਦੀ ਅਸੀਂ ਇਹ ਜਿਹੜਾ ਸਾਰਾ ਹਾਦਸਾ ਪੜ੍ਹਦੇ ਪਏ ਹਾਂ, ਇਟਸ ਵੈਰੀ ਸਿੰਪਲ। ਤੇ ਉਹ ਇੱਕ ਐਸੀ ਔਰਤ ਤੋਂ ਪੈਦਾ ਹੋਇਆ ਸੀ ਉਹ ਜੋ ਵੇਸ਼ਵਾ ਸੀ, ਔਰ ਉਸ ਤੋਂ ਪੈਦਾ ਹੋਇਆ, ਔਰ ਉਹ ਜਿਹੜੇ ਲੋਕ ਕਹਿੰਦੇ ਉਹਨਾਂ ਨੂੰ ਮੌਕਾ ਮਿਲ ਗਿਆ ਕਿ ਅਸੀਂ ਤੈਨੂੰ ਆਪਣੀ ਜਾਇਦਾਦ ਚੋਂ ਕੁਛ ਨਹੀਂ ਦੇਣਾ, ਔਰ ਫਿਰ ਉਸਨੇ ਦੇਖਿਆ ਕਿ ਮੈਨੂੰ ਮਾਰ ਵੀ ਸਕਦੇ, ਇਸ ਕਰਕੇ ਉਹ ਦੌੜ ਗਿਆ। ਲੇਕਿਨ ਜਿੱਦਾਂ ਹੀ ਹੁਣ ਅਮੋਨੀਆ ਨੇ ਹਮਲਾ ਕੀਤਾ ਤਾਂ ਉਸਨੂੰ ਉਹ ਲੈਣ ਗਏ। ਇਹਦਾ ਮਤਲਬ ਹੈ ਕਿ ਚੰਗਾ ਇੱਕ ਲੜਾਕਾ ਸੀ। ਸੋ ਆਪਣੀ ਜਾਨ ਬਚਾਉਣ ਦੇ ਲਈ ਉਸਨੇ ਕੁਝ ਬਦਮਾਸ਼ ਲੋਕ ਆਪਣੇ ਨਾਲ ਰੱਖੇ ਆਪਣੀ ਜਾਨ ਬਚਾਉਣ ਦੇ ਲਈ। ਸੋ ਉਹਨਾਂ ਨੇ ਕਿਹਾ ਕਿ ਤੂੰ ਵਾਪਸ ਆ ਕੇ ਸਾਨੂੰ ਲੜ। ਕਹਿੰਦਾ ਤੁਸੀਂ ਤਾਂ ਮੈਨੂੰ ਘਿਰਣਾ ਕਰਦੇ ਕਿ ਮੈਂ ਵੈਸ਼ਵਾ ਦਾ ਪੁੱਤਰ, ਇਸੇ ਕਰਕੇ ਤਾਂ ਤੁਸੀਂ ਮੈਨੂੰ ਕੱਢਿਆ, ਮੈਂ ਤੁਹਾਡਾ ਆ ਕੇ ਕਿਉਂ ਬਚਾ ਕਰਾਂ। ਉਹਨਾਂ ਨੇ ਕਿਹਾ ਕਿ ਨਹੀਂ, ਸਾਨੂੰ ਪਤਾ ਪ੍ਰਭੂ ਤੇਰੇ ਨਾਲ, ਤੂੰ ਆ ਕੇ ਸਾਡਾ ਬਚਾ ਕਰ। ਉਸਨੇ ਕਿਹਾ ਠੀਕ ਆ, ਜੇ ਮੈਂ ਅਮੋਨੀਆ ਤੇ ਮੇਰੀ ਜਿੱਤ ਹੋਈ ਤਾਂ ਫਿਰ ਤੁਸੀਂ ਮੈਨੂੰ ਆਪਣਾ ਨਿਆਂ ਥਾਪੋਗੇ, ਮੈਨੂੰ ਆਪਣਾ ਜਿਹੜਾ ਪੱਕੇ ਤੌਰ ਤੇ ਜਿਹੜਾ ਲੀਡਰ ਆ ਉਹ ਥਾਪੋਗੇ। ਉਹਨਾਂ ਨੇ ਕਿਹਾ ਠੀਕ ਆ, ਅਸੀਂ ਇਹ ਕਰਾਂਗੇ। ਲੇਕਿਨ ਤੀਸਰੀ ਆਇਤ ਜਿਹੜੀ ਹੈਗੀ ਆ, ਤੀਸਰੀ ਤੇ ਚੌਥੀ ਆਇਤ ਦੇ ਗੱਬੇ ਅਸੀਂ ਪਹੁੰਚ ਚੁੱਕੇ ਹਾਂ 1127 ਸਾਲ ਤੇ, ਔਰ 1127 ਸਾਲ ਤੇ ਇੱਥੇ ਬੇਸਿਕਲੀ ਜਿਹੜਾ 13ਵਾਂ ਚੈਪਟਰ ਆ ਇਸਦਾ, ਉਹ ਇੱਥੇ ਫਿੱਟ ਹੁੰਦਾ, ਕਿਉਂਕਿ ਜਿਹੜਾ ਸੈਮਸਨ ਆ ਉਸਦਾ ਪ੍ਰੋਮਿਸ ਜਿਹੜਾ ਉਹਦੇ ਮਾਂ ਪਿਓ ਨੂੰ ਮਿਲਿਆ, ਸੈਮਸਨ ਦਾ ਪ੍ਰੋਮਿਸ ਜਿਹੜਾ ਮਿਲਿਆ ਸੀ ਉਹਦੇ ਮਾਂ-ਬਾਪ ਨੂੰ ਕਿ ਤੁਹਾਡੇ ਘਰ ਇੱਕ ਬੇਟਾ ਪੈਦਾ ਹੋਏਗਾ, ਉਹ ਇੱਥੇ ਮਿਲਿਆ ਸੀ। ਉਸ ਵੇਲੇ ਇਹ ਨਿਆਂ ਸੀ, ਉਸ ਵੇਲੇ ਅਮੋਨੀਆ ਦੇ ਨਾਲ ਜੰਗ ਚੱਲਦੀ ਪਈ ਸੀ, ਔਰ ਪ੍ਰਭੂ ਜਿਹੜਾ ਉਹ ਦੂਸਰੇ ਪਾਸੇ ਅਗਰ ਅਸੀਂ ਮੁੜ ਕੇ ਦੇਖੀਏ ਤਾਂ ਪ੍ਰਭੂ ਦੋ ਪਾਸੇ ਇੱਥੇ ਕੰਮ ਕਰ ਰਿਹਾ। ਅਗਰ ਇੱਥੇ ਧਿਆਨ ਦੇ ਨਾਲ ਅਸੀਂ ਦੇਖੀਏ ਕਿ ਇੱਕ ਤਾਂ ਇੱਥੇ ਉਹ ਜਿਹੜਾ ਜੈਫਤ ਉਸਦੇ ਨਾਲ ਪ੍ਰਭੂ ਚੱਲਦਾ ਪਿਆ, ਲੇਕਿਨ ਦੂਜੇ ਪਾਸੇ ਅਗਰ ਇੱਥੇ ਦੇਖੀਏ, ਅਗਰ ਅਸੀਂ ਦੇਖੀਏ ਤਾਂ ਇੱਥੇ ਜਿਹੜਾ ਦਾਊਦ ਦਾ ਜਿਹੜਾ ਘਰਾਨਾ ਜਿਹੜਾ ਦਾਨ ਦਾ ਕਬੀਲੇ ਨੂੰ ਜਿਹੜੀ ਧਰਤੀ ਮਿਲੀ ਹੋਆ, ਦਾਨ ਦੇ ਕਬੀਲੇ ਦੇ ਵਿੱਚੋਂ ਸੈਮਸਨ ਨੂੰ ਵੀ ਪ੍ਰਭੂ ਇੱਥੇ ਉਹਨਾਂ ਨੂੰ ਵੀ ਵਾਅਦਾ ਦੇ ਰਿਹਾ, ਕਿਉਂਕਿ ਇੱਥੇ ਜਿਹੜੇ ਫਿਲਿਸਤੀਨੀ ਲੋਕ ਆ ਉਹ ਆ ਕੇ ਇਹਨਾਂ ਨੂੰ ਤੰਗ ਕਰਦੇ ਪਏ, ਉਹਨਾਂ ਨੂੰ ਤੰਗ ਕਰਦੇ ਪਏ। ਅਸੀਂ ਬਹੁਤ ਵਾਰੀ ਕੀ ਕਰਦੇ ਹਾਂ ਕਿ ਇੱਥੋਂ ਅਸੀਂ ਸਮੁੰਦਰ ਦੇ ਨਾਲ ਚੱਲ ਜਾਂਦੇ ਤੇ ਕਹਿੰਦੇ ਇਹ ਸਾਰੀ ਧਰਤੀ ਉਹਨਾਂ ਨੇ ਜਿੱਤ ਲਈ ਸੀ। ਨਹੀਂ, ਸਾਰੀ ਧਰਤੀ ਉਹਨਾਂ ਦੇ ਕੋਲ ਜਿੱਤ ਨਹੀਂ ਹੋਈ ਸੀ। ਇੱਥੇ ਹਾਲੇ ਵੀ ਕਨਾਨੀ ਦੇ ਲੋਕ ਵਸਦੇ ਸੀ। ਅਗਰ ਧਿਆਨ ਦੇ ਨਾਲ ਦੇਖੀਏ ਤੇ ਆਹ ਦੇਖੋ, ਆ ਸਾਰੀ ਜਿਹੜੀ ਗਾਜ਼ਾ ਦੀ ਪੱਟੀ ਸੀ, ਇੱਥੇ ਉਹਨਾਂ ਦਾ ਕਬਜ਼ਾ ਨਹੀਂ ਹੋਇਆ ਸੀ, ਇੱਥੇ ਹਾਲੇ ਵੀ ਫਿਲਿਸਤੀਨੀ ਲੋਕ ਰਹਿੰਦੇ ਸੀ। ਸੋ ਅਗਰ ਅਸੀਂ ਦੇਖੀਏ ਤਾਂ ਉਹਨਾਂ ਨੂੰ ਯਹੂਦਾ ਦੇ ਕਬੀਲੇ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਸੀ, ਇੱਥੇ ਉਹ ਇਸ ਧਰਤੀ ਦੇ ਨਾਲ ਉਹਨਾਂ ਦੀ ਬਾਉਂਡਰੀ ਲੱਗਦੀ ਸੀ। ਸੋ ਅਸੀਂ ਦਾਨ ਦੇ ਕਬੀਲੇ ਦੇ ਵਿੱਚ ਦੇਖਦੇ ਪਏ ਹਾਂ ਕਿ ਇੱਥੇ ਸੈਮਸਨ ਦੀ ਮਾਂ ਔਰ ਉਹਦੇ ਪਿਓ ਨੂੰ ਇਸ ਵੇਲੇ ਸਿਰਫ ਵਾਅਦਾ ਮਿਲਦਾ ਪਿਆ ਕਿ ਤੁਹਾਡੇ ਘਰ ਪੁੱਤਰ ਦੀ ਸੰਤਾਨ ਹੋਏਗੀ। ਇਹ ਮੇਨ ਚੀਜ਼ ਆ ਇੱਥੇ ਦੇਖਣ ਵਾਲੀ, ਕਿ ਇੱਥੇ ਇਸ ਚੈਪਟਰ ਦੇ ਵਿੱਚ ਪ੍ਰਭੂ ਕਿਸ ਤਰ੍ਹਾਂ ਦੋ ਕਬੀਲਿਆਂ ਦੇ ਨਾਲ ਸਾਈਮਲਟੇਨੀਅਸਲੀ ਪ੍ਰਭੂ ਕੰਮ ਕਰਦਾ ਪਿਆ। ਔਰ ਅਸੀਂ ਗਾਂ ਜਾ ਕੇ ਦੇਖਣਾ ਕਿ ਅਫਰਾਇਮ ਦੇ ਕਬੀਲੇ ਦੇ ਵਿੱਚ ਵੀ ਇੱਕ ਵਾਅਦਾ ਮਿਲਦਾ ਪਿਆ। ਸੋ ਆਓ ਅਸੀਂ ਅੱਗੇ ਵਧੀਏ। ਸੋ ਉਹਨਾਂ ਨੇ ਉਸ ਦੇ ਨਾਲ ਪ੍ਰੋਮਿਸ ਕਰਤਾ ਕਿ ਠੀਕ ਆ, ਜੇ ਤੂੰ ਸਾਡਾ ਸਾਥ ਦੇਏਗਾ ਤੇ ਅਸੀਂ ਤੈਨੂੰ ਆਪਣਾ ਨਿਆਂ ਬਣਾ ਲਾਂਗੇ। ਸੋ ਹੁਣ ਆਓ 12 ਚੈਪਟਰ 12 ਆਇਤ ਤੱਕ ਅਸੀਂ ਪੜ੍ਹਿਆ। ਹੁਣ 13 ਤੋਂ ਲੈ ਕੇ ਅਸੀਂ ਇਸ ਨੂੰ ਲੱਸੀ 13 ਤੋਂ ਲੈ ਕੇ ਆਓ ਅਸੀਂ 28 ਆਇਤ ਤੱਕ ਇਸ ਨੂੰ ਦੇਖੀਏ। ਪੜ੍ਹ ਦੇਣਾ ਜੀ। ਹਾਂਜੀ। ਅਮੋਨੀ ਰਾਜਾ ਨੇ ਯਿਫਤਾ ਦੇ ਸੰਦੇਸ਼ਵਾਹਕਾਂ ਨੂੰ ਉੱਤਰ ਦਿੱਤਾ, ਜਦੋਂ ਇਸਰਾਇਲੀ ਮਿਸਰ ਤੋਂ ਆਏ ਸਨ ਤਾਂ ਉਹਨਾਂ ਅਰਨੋਨ ਦਰਿਆ ਤੋਂ ਯਬੋਕ ਅਤੇ ਯਰਦਨ ਦਰਿਆਵਾਂ ਤੱਕ ਦਾ ਮੇਰਾ ਸਾਰਾ ਇਲਾਕਾ ਮੱਲ ਲਿਆ ਸੀ।
ਸੋ ਹੁਣ ਤੁਸੀਂ ਮੇਰਾ ਉਹ ਇਲਾਕਾ ਸੁਲਹ ਸਫਾਈ ਨਾਲ ਵਾਪਸ ਦੇ ਦੇਵੋ। ਯਿਫਤਾ ਨੇ ਅੱਗੋਂ ਅਮੋਨੀ ਰਾਜਾ ਨੂੰ ਇਹ ਉੱਤਰ ਘੱਲਿਆ, ਇਹ ਸੱਚ ਨਹੀਂ ਹੈ ਕਿ ਇਸਰਾਏਲੀਆਂ ਨੇ ਮੁਆਬ ਜਾਂ ਅਮੋਨ ਦੀ ਧਰਤੀ ਉੱਤੇ ਕਬਜ਼ਾ ਕੀਤਾ ਹੈ। ਅਸਲ ਮਾਮਲਾ ਇਸ ਤਰ੍ਹਾਂ ਹੈ, ਜਦੋਂ ਇਸਰਾਏਲੀ ਲੋਕ ਮਿਸਰ ਤੋਂ ਨਿਕਲ ਕੇ ਲਾਲ ਸਮੁੰਦਰ ਪਾਰ ਕਰਕੇ ਕਦੇਸ਼ ਦੀ ਉਜਾੜ ਤੱਕ ਪਹੁੰਚ ਗਏ ਤਾਂ ਉਹਨਾਂ ਨੇ ਅਦੋਮ ਦੇ ਰਾਜਾ ਕੋਲ ਸੰਦੇਸ਼ਵਾਹਕ ਘੱਲੇ ਸਨ ਕਿ ਉਹ ਉਹਨਾਂ ਨੂੰ ਆਪਣੀ ਧਰਤੀ ਤੋਂ ਦੀ ਲੰਘਣ ਦੇਵੋ, ਪਰ ਉਸ ਨੇ ਇਨਕਾਰ ਕਰ ਦਿੱਤਾ। ਤਦ ਇਸਰਾਏਲੀਆਂ ਨੇ ਮੁਆਬ ਦੇ ਰਾਜਾ ਕੋਲ ਵੀ ਸੰਦੇਸ਼ ਘੱਲਿਆ, ਪਰ ਉਸ ਨੇ ਵੀ ਉਹਨਾਂ ਦੀ ਗੱਲ ਨਾ ਮੰਨੀ। ਸੋ ਇਸਰਾਏਲੀ ਕਦੇਸ਼ ਦੇ ਇਲਾਕੇ ਵਿੱਚ ਹੀ ਠਹਿਰੇ। ਫਿਰ ਉਹ ਉਜਾੜ ਦੇ ਵਿੱਚੋਂ ਦੀ ਹੋ ਕੇ ਅਦੋਮ ਅਤੇ ਮੁਆਬ ਦੀਆਂ ਹੱਦਾਂ ਤੋਂ ਦੀ ਚੱਕਰ ਕੱਟ ਕੇ ਮੁਆਬ ਦੇ ਪੂਰਬੀ ਪਾਸੇ ਉੱਤੇ ਅਰਨੋਨ ਦਰਿਆ ਦੇ ਕੰਢੇ ਉੱਤੇ ਪਹੁੰਚ ਗਏ। ਉਹਨਾਂ ਅਰਨੋਨ ਦਰਿਆ ਦੇ ਕੋਲ ਆਪਣੇ ਤੰਬੂ ਗੱਡ ਲਏ, ਪਰ ਉਹ ਅਰਨੋਨ ਤੋਂ ਅੱਗੇ ਨਾ ਵਧੇ ਕਿਉਂਕਿ ਉਸ ਤੋਂ ਅੱਗੇ ਮੁਆਬ ਦੀ ਹੱਦ ਸੀ। ਫਿਰ ਇਸਰਾਏਲੀਆਂ ਨੇ ਅਮੋਰੀ ਰਾਜਾ ਸਿਹੋਨ, ਜਿਸ ਦੀ ਰਾਜਧਾਨੀ ਹਸਬੋਨ ਸੀ, ਕੋਲ ਆਪਣੇ ਸੰਦੇਸ਼ਵਾਹਕ ਘੱਲੇ ਅਤੇ ਉਸ ਤੋਂ ਆਗਿਆ ਮੰਗੀ ਕਿ ਉਹ ਉਹਨਾਂ ਨੂੰ ਆਪਣੀ ਧਰਤੀ ਤੋਂ ਦੀ ਅੱਗੇ ਲੰਘ ਜਾਣ ਦੇਵੇ, ਪਰ ਸਿਹੋਨ ਨੇ ਉਹਨਾਂ ਦੀ ਗੱਲ ਨਾ ਮੰਨੀ, ਸਗੋਂ ਆਪਣੀ ਸੈਨਾ ਇਕੱਠੀ ਕਰਕੇ ਯਹਾਜ਼ ਦੀ ਥਾਂ ਉਹਨਾਂ ਦੇ ਵਿਰੁੱਧ ਲੜਨ ਲਈ ਤੰਬੂ ਲਾ ਲਏ। ਪਰ ਪ੍ਰਭੂ ਇਸਰਾਏਲ ਦੇ ਪਰਮੇਸ਼ਰ ਨੇ ਉਹਨਾਂ ਨੂੰ ਸਿਹੋਨ ਰਾਜਾ ਅਤੇ ਉਸ ਦੀ ਸੈਨਾ ਉੱਤੇ ਜਿੱਤ ਦਿੱਤੀ। ਤਦ ਇਸਰਾਏਲੀਆਂ ਸਿਹੋਨ ਦੇ ਰਾਜਾ ਦੇ ਸਾਰੇ ਦੇਸ਼ ਅਰਥਾਤ ਉੱਥੇ ਰਹਿ ਰਹੇ ਅਮੋਨੀਆਂ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ। ਇਸ ਤਰ੍ਹਾਂ ਉਹਨਾਂ ਨੇ ਇੱਕ ਪਾਸੇ ਅਰਨੋਨ ਦਰਿਆ ਤੋਂ ਲੈ ਕੇ ਯਬੋਕ ਦਰਿਆ ਤੱਕ ਅਤੇ ਦੂਜੇ ਪਾਸੇ ਉਜਾੜ ਤੋਂ ਲੈ ਕੇ ਜਰਦਨ ਦਰਿਆ ਤੱਕ ਸਾਰੀ ਧਰਤੀ ਉੱਤੇ ਕਬਜ਼ਾ ਕਰ ਲਿਆ। ਸੋ ਇਹ ਇਸਰਾਏਲ ਦਾ ਪ੍ਰਭੂ ਪਰਮੇਸ਼ਰ ਸੀ, ਜਿਸ ਨੇ ਇਸਰਾਏਲੀਆਂ ਦੇ ਸਾਹਮਣੇ ਅਮੋਰੀ ਲੋਕਾਂ ਨੂੰ ਕੱਢਿਆ ਸੀ। ਸੋ ਅਸੀਂ ਆਪਣੇ ਪ੍ਰਭੂ ਪਰਮੇਸ਼ਰ ਤੋਂ ਮਿਲੀ ਧਰਤੀ ਉੱਤੇ ਕਬਜ਼ਾ ਰੱਖਾਂਗੇ। ਤੈਨੂੰ ਵੀ ਆਪਣੇ ਦੇਵਤਾ ਕਮੋਸ਼ ਤੋਂ ਮਿਲੀ ਧਰਤੀ ਉੱਤੇ ਕਬਜ਼ਾ ਰੱਖਣਾ ਚਾਹੀਦਾ ਹੈ। ਕੀ ਤੂੰ ਆਪਣੇ ਆਪ ਨੂੰ ਮੁਆਬੀ ਰਾਜਾ ਬਲਾਕ ਤੋਂ ਚੰਗਾ ਸਮਝਦਾ ਹੈ? ਉਸਨੇ ਇਸਰਾਏਲੀਆਂ ਨਾਲ ਤਦ ਝਗੜਾ ਛੇੜਨ ਦੀ ਕੋਸ਼ਿਸ਼ ਨਹੀਂ ਕੀਤੀ ਸੀ ਅਤੇ ਨਾ ਉਸਨੇ ਇਸਰਾਏਲੀਆਂ ਦਾ ਕਦੀ ਵਿਰੋਧ ਕੀਤਾ। ਇਸਰਾਏਲੀਆਂ ਦਾ ਪੂਰੇ 3 ਸਾਲ ਤੱਕ ਹਸਬੋਨ ਅਤੇ ਅਰੋਏਰ ਉੱਤੇ ਅਤੇ ਉਹਨਾਂ ਦੇ ਪਿੰਡਾਂ ਉੱਤੇ ਕਬਜ਼ਾ ਰਿਹਾ। ਇਸ ਦੇ ਨਾਲ ਉਹਨਾਂ ਦਾ ਕਬਜ਼ਾ ਅਰਨੋਨ ਦਰਿਆ ਦੇ ਕੰਢਿਆਂ ਉੱਤੇ ਸੀ। ਤੂੰ ਪਹਿਲਾਂ ਉਹਨਾਂ ਦਾ ਇਹ ਕਬਜ਼ਾ ਤੋੜਨ ਦੀ ਕੋਸ਼ਿਸ਼ ਕਿਉਂ ਨਾ ਕੀਤੀ? ਸੋ ਮੈਂ ਤਾਂ ਤੇਰੇ ਵਿਰੁੱਧ ਕੋਈ ਅਪਰਾਧ ਨਹੀਂ ਕੀਤਾ, ਸਗੋਂ ਤੂੰ ਮੇਰੇ ਵਿਰੁੱਧ ਬੁਰਾਈ ਕਰ ਰਿਹਾ ਅਤੇ ਮੇਰੇ ਨਾਲ ਲੜਨ ਦੀ ਵਿਉਂਤ ਬਣਾ ਰਿਹਾ ਹੈ। ਪ੍ਰਭੂ ਜੋ ਨਿਆਂ ਕਰਤਾ ਹੈ, ਉਹ ਆਪ ਅੱਜ ਇਸਰਾਏਲੀਆਂ ਅਤੇ ਅਮੋਨੀਆਂ ਵਿਚਕਾਰ ਨਿਆਂ ਕਰੇਗਾ। ਪਰ ਅਮੋਨ ਦੇ ਰਾਜਾ ਨੇ ਯਿਫਤਾ ਦੇ ਇਸ ਸੰਦੇਸ਼ ਉੱਤੇ ਕੋਈ ਧਿਆਨ ਨਾ ਦਿੱਤਾ। ਉਹ ਆਪਣੀ ਉਸ ਜਿੱਦ ਦੇ ਉੱਤੇ ਅੜਿਆ ਰਿਹਾ ਕਿ ਨਹੀਂ, ਮੈਂ ਸੱਚ ਕਹਿਣਾ, ਤੁਸੀਂ ਸਾਡੀ ਧਰਤੀ ਦੇ ਉੱਤੇ ਕਬਜ਼ਾ ਕੀਤਾ। ਔਰ ਸਾਨੂੰ ਪਤਾ ਕਿ ਉਹ ਧਰਤੀ ਉਹਨਾਂ ਦੀ ਨਹੀਂ ਸੀ। ਉਹ ਉੱਥੇ ਅਮੋਰੀ ਲੋਕ ਰਹਿੰਦੇ ਸੀ, ਜਿਨ੍ਹਾਂ ਨੂੰ ਮੂਸਾ ਨੇ ਉੱਥੋਂ ਕੱਢਿਆ ਸੀ। ਇਹ ਮੂਸਾ ਦੇ ਸਮੇਂ ਦੇ ਕੱਢੇ ਹੋਏ ਲੋਕ ਆ। ਔਰ ਇਸੇ ਤਰ੍ਹਾਂ ਅਮੋਰੀਆਂ ਦੀ ਧਰਤੀ, ਰਾਜਾ ਓਗ ਦੀ ਧਰਤੀ ਜਿਹੜੀ ਸੀਗੀ, ਉਹ ਸਾਰੀ ਧਰਤੀ ਦੇ ਉੱਤੇ ਉਹਨਾਂ ਦਾ ਕਬਜ਼ਾ ਸੀ। ਸੋ ਇੱਕ ਵਾਰ ਫਿਰ ਅਗਰ ਅਸੀਂ ਵਾਪਸ ਆਪਣੇ ਉਸ ਮੈਪ ਦੇ ਉੱਤੇ ਜਾਈਏ ਤਾਂ ਉੱਥੋਂ ਅਸੀਂ ਦੇਖਦੇ ਹਾਂ ਕਿ ਉਹ ਐਸ ਧਰਤੀ ਦੀ ਗੱਲ ਕਰਦਾ ਪਿਆ ਅਮੋਨੀ ਰਾਜਾ। ਆਹ ਜਿਹੜੀ ਧਰਤੀ ਆ ਕਿ ਤੁਸੀਂ ਐਸ ਦਰਿਆ ਤੋਂ ਲੈ ਕੇ ਐਸ ਦਰਿਆ ਤੱਕ ਜਿਹੜੀ ਸਾਰੀ ਦੀ ਸਾਰੀ ਧਰਤੀ ਆ, ਉਹ ਮੇਰੀ ਧਰਤੀ ਆ ਔਰ ਤੁਸੀਂ ਇਸ ਧਰਤੀ ਦੇ ਉੱਤੇ ਕਬਜ਼ਾ ਕਰਕੇ ਬੈਠੇ ਹੋ। ਜਦ ਕਿ ਇਹ ਧਰਤੀ ਉਸ ਦੀ ਨਹੀਂ ਸੀ। ਅਮੋਨੀਆਂ ਦਾ ਜਿਹੜਾ ਇਲਾਕਾ ਸੀ ਉਹ ਇੱਧਰਲੇ ਪਾਸੇ ਆਉਂਦਾ ਸੀ ਔਰ ਜਿਹੜੇ ਉਸਦੇ ਦੂਸਰੇ ਭੈਣ ਭਰਾ ਸੀ, ਉਹਨਾਂ ਦਾ ਜਿਹੜਾ ਇਲਾਕਾ ਉਹ ਇੱਧਰਲੇ ਪਾਸੇ ਆਉਂਦਾ ਸੀ। ਸੋ ਉਹ ਉਹਨਾਂ ਨੂੰ ਇਹ ਕਹਿ ਰਿਹਾ ਕਿ ਮੈਂ ਉਨੀ ਦੇਰ ਤੱਕ ਹਮਲੇ ਕਰਨੋਂ ਨਹੀਂ ਹਟਣਾ ਜਿੰਨੀ ਦੇਰ ਤੱਕ ਆਹ ਜਰਦਨ ਦਰਿਆ ਦੇ ਦੂਜੇ ਪਾਸੇ ਦੇ ਜਿਹੜੇ ਲੋਕ ਆ ਦੂਜੇ ਪਾਸੇ ਨਹੀਂ ਜਾਂਦੇ। ਮੈਂ ਇਸ ਤੇ ਹਮਲਾ ਕਰਦਾ ਰਹੂੰਗਾ। ਲੇਕਿਨ ਇੱਕ ਚੀਜ਼ ਜਿਹੜੀ ਹੁਣ ਇੱਥੇ ਹੋਈ ਆ, ਅਸੀਂ ਪਹੁੰਚ ਚੁੱਕੇ ਹਾਂ ਇਸ ਵੇਲੇ 28 ਆਇਤ ਤੇ। 24 ਆਇਤ ਜਿੱਥੇ 28 ਆਇਤ ਜਿੱਥੇ ਇਹ ਆਉਂਦੀ ਪਈ ਆ, 28 ਆਇਤ ਤੇ ਇੱਥੇ ਅਗਲੀ ਚੀਜ਼ ਜਿਹੜੀ ਹੋ ਰਹੀ ਆ, ਇਹ ਪੂਰਾ ਸਾਰਾ ਕੁਝ ਇਹ
पूरा साल भर चलता रहा। ये गलबात इस तरह नहीं हुई कि एक बारी संदेश घल दिता फिर आ गया चला गया, इदा चलता रहा। इस साल भर वो दूसरे पासों हमले करता रहा। और जिस वेले असीं इत्थे 28 आयत ते आने आ, इत्थे सैमसन दा 1126 साल दे विच असीं आ गए हैं और 1126वें साल दे विच इत्थे सैमसन दा समूसन दा जन्म होया। और नाल ही ਜਿਹੜੀ ਉਸਦੀ ਮਾਂ ਆ ਇਸ ਵੇਲੇ ਜਿਹੜਾ ਏਲੀ ਆ, ਏਲੀ ਇਸ ਇਲਾਕੇ ਦੇ ਵਿੱਚ ਐਫਰਾਇਮ ਦੇ ਇਲਾਕੇ ਦੇ ਵਿੱਚ ਜਿਹੜਾ ਏਲੀ ਸੀਗਾ ਉਹ ਇੱਥੇ ਦਾ ਨਿਆਈ ਸੀਗਾ। ਜਿਸ ਲਈ ਅਸੀਂ ਸੈਮੂਅਲ ਦਾ ਪਹਿਲਾ ਚੈਪਟਰ ਪੜ੍ਹਦੇ ਹਾਂ। और ਜਿਹੜੇ ਉਸਦੇ ਮੁੰਡੇ ਸੀਗੇ ਦੋਨੋਂ, ਉਸਦੇ ਜਿਹੜੇ ਮੁੰਡੇ ਸੀਗੇ ਉਹ ਪ੍ਰਭੂ ਦੇ ਰਸਤਿਆਂ ਤੇ ਨਹੀਂ ਚੱਲਦੇ ਸੀ, ਉਹ ਵੱਢੀ ਲੈਂਦੇ ਸੀ, ਸਾਰਾ ਕੁਝ ਕਰਦੇ ਸੀ। ਔਰ ਫਿਰ ਇੱਥੇ ਜਿਹੜੀ ਸੀਗੀ ਸੈਮੂਅਲ ਦੀ ਮਾਂ ਇੱਥੇ ਆਈ ਔਰ ਉਸਨੇ ਪ੍ਰਭੂ ਦੇ ਅੱਗੇ ਬੇਨਤੀ ਕੀਤੀ ਕਿ ਪ੍ਰਭੂ ਮੈਨੂੰ ਬੱਚੇ ਦੀ ਦਾਤ ਦੇ। ਸੋ ਆਹ ਸ਼ਾਇਲੋ ਦਾ ਜਿਹੜਾ ਇਲਾਕਾ, ਇਸ ਇਲਾਕੇ ਦੇ ਵਿੱਚ ਇਸ ਵੇਲੇ ਅਫਰਾਇਮ ਦੇ ਇਲਾਕੇ ਦੇ ਵਿੱਚ ਸ਼ਾਇਲੋ ਦਾ ਜਿਹੜਾ ਸ਼ਹਿਰ ਆ ਉਹਦੇ ਵਿੱਚ ਉਹ ਆਪਣੀ ਜਿਹੜੀ ਬੇਨਤੀ ਲੈ ਕੇ ਆਈ ਹੋਆ ਔਰ ਪ੍ਰਭੂ ਨੇ ਉਸਦੀ ਬੇਨਤੀ ਸੁਣੀ ਆ। ਔਰ ਇੱਥੇ ਸਾਨੂੰ ਸੈਮੂਅਲ ਦਾ ਪ੍ਰੋਮਿਸ ਮਿਲਦਾ ਪਿਆ। ਸੈਮੂਅਲ ਦੀ ਜਿਹੜੀ ਅਸੀਂ ਕਿਤਾਬ ਪੜ੍ਹਦੇ ਹਾਂ, ਸੈਮੂਅਲ ਦੀ ਕਿਤਾਬ ਦਾ ਪਹਿਲਾ ਚੈਪਟਰ ਜਿਹੜਾ ਉਹ ਇੱਥੇ ਆਉਂਦਾ। ਇੱਥੇ 1126 ਸਾਲ ਮਸੀਹ ਦੇ ਆਉਣ ਤੋਂ ਪਹਿਲਾਂ, ਅਗਰ ਤੁਸੀਂ ਲਿਖਣਾ ਮੰਗਦੇ ਆ। ਸੋ ਆਓ ਹੁਣ ਅਸੀਂ ਅੱਗੇ ਵਧੀਏ। ਸੋ ਉਸਨੇ ਉਸਨੂੰ ਸਾਰੀ ਕਹਾਣੀ ਜਿਹੜੀ ਮੂਸਾ ਦੀ ਸੁਣਾਈ। ਉਸਨੇ ਕਿਹਾ ਭਾਈ ਕਿ ਸਾਡੇ ਕੋਲ ਤੇਰੀ ਕੋਈ ਧਰਤੀ ਨਹੀਂ। ਉਹ ਚਲਾਕ ਬਣਨ ਦੀ ਕੋਸ਼ਿਸ਼ ਕਰਦਾ ਪਿਆ ਕਿ ਇਹ ਜਿਹੜੀ ਧਰਤੀ ਮੈਨੂੰ ਦੇ ਦਿਓ, ਲੇਕਿਨ ਉਹ ਤਾਂ ਸਾਰੀ ਅਮੋਰੀਆਂ ਦੀ ਧਰਤੀ ਸੀ। ਔਰ ਅਮੋਰੀਆਂ ਦੀ ਧਰਤੀ ਸੀਗੀ, ਰਾਜਾ ਓਗ ਦੀ ਧਰਤੀ ਸੀਗੀ। ਉਹਨਾਂ ਨੇ ਉਹਦੇ ਤੇ ਕਬਜ਼ਾ ਕਰਕੇ ਉਹਨੂੰ 3 ਹਿੱਸਿਆਂ 2.5 ਹਿੱਸਿਆਂ ਦੇ ਵਿੱਚ ਵੰਡ ਦਿੱਤਾ। ਉੱਥੇ ਅਸੀਂ ਦੇਖਦੇ ਹਾਂ ਕਿ ਗਾਦ ਦਾ ਕਬੀਲਾ, ਰਬਿਉਨ ਦਾ ਕਬੀਲਾ, ਅੱਧਾ ਮਨੇਸੇ ਦਾ ਕਬੀਲਾ ਉੱਥੇ ਵਸ ਗਿਆ ਔਰ ਬਾਕੀ ਦਿਆਂ ਨੂੰ ਧਰਤੀ ਦੂਜੇ ਪਾਸੇ ਮਿਲੀ। ਲੇਕਿਨ ਉਹ ਚਲਾਕ ਬਣਦਾ ਪਿਆ ਔਰ ਉਹ ਹਮਲੇ ਤੇ ਹਮਲਾ ਕਰਦਾ ਪਿਆ। ਸੋ ਉਸਨੇ ਕਿਹਾ ਕਿ ਉਸਨੂੰ ਬਾਰ-ਬਾਰ ਸੰਦੇਸ਼ ਜਾ ਰਿਹਾ ਕਿ ਭਾਈ ਸਾਡੇ ਕੋਲ ਤੇਰੀ ਧਰਤੀ ਨਹੀਂ, ਸਾਡੇ ਕੋਲ ਤੇਰੀ ਧਰਤੀ ਨਹੀਂ। ਇਹ ਸਾਡੇ ਪ੍ਰਭੂ ਨੇ ਸਾਨੂੰ ਦਿੱਤੀ ਹੈ, ਜਿਹੜੀ ਤੇਰੇ ਦੇਵਤੇ ਨੇ ਤੈਨੂੰ ਦਿੱਤੀ ਹੈ, ਤੂੰ ਉਹ ਸਾਂਭ ਔਰ ਇਸੇ ਤਰ੍ਹਾਂ ਜੋ ਮੁਆਬੀਆਂ ਨੂੰ ਦਿੱਤੀ ਹੈ ਉਹ ਸੰਭਾਲਣ। ਸੋ ਜਿਹੜੀ ਧਰਤੀ ਸਾਡੇ ਪ੍ਰਭੂ ਨੇ ਸਾਨੂੰ ਦਿੱਤੀ ਹੈ ਉਸ ਦੇ ਵਿੱਚ ਤੇਰਾ ਕੋਈ ਹਿੱਸਾ ਨਹੀਂ। ਔਰ ਉਸਨੇ ਕੋਈ ਪ੍ਰਵਾਹ ਨਹੀਂ ਕੀਤੀ। ਔਰ ਹੁਣ ਅਸੀਂ ਦੇਖਣਾ ਕਿ ਅਸੀਂ 29 ਆਇਤ ਤੋਂ ਜਿਸ ਲਈ ਅੱਗੇ ਜਾਵਾਂਗੇ ਕਿ 29 ਇੰਨਾ ਕੁ ਪਹਿਲਾਂ ਪੜ੍ਹਦੇ 29 ਆਇਤ ਤੋਂ ਅਸੀਂ ਦੇਖਦੇ ਹਾਂ 33 ਆਇਤ। ਹਾਂਜੀ ਗੋ ਅਹੈਡ। ਮੈਂ ਪੜ੍ਹਦੀ ਹਾਂ ਮਾਸਟਰ ਜੀ। ਗੋ ਅਹੈਡ ਮੇਰੀ ਭੈਣ। ਤਦ ਜਿਫਤਾ ਉੱਤੇ ਪਰਮੇਸ਼ਰ ਦਾ ਆਤਮਾ ਉਤਰ ਆਇਆ ਤੇ ਉਹ ਗਿਲਿਆਦ ਅਤੇ ਮਨੱਸ਼ਾ ਤੋਂ ਦੀ ਲੰਘਦਾ ਹੋਇਆ ਮਿਸਪਾ ਤੋਂ ਲੈ ਕੇ ਅਮੋਨ ਤੱਕ ਗਿਆ। ਜਿਫਤਾ ਨੇ ਪ੍ਰਭੂ ਸਾਹਮਣੇ ਪ੍ਰਤਿਗਿਆ ਕੀਤੀ, ਜੇਕਰ ਤੂੰ ਮੈਨੂੰ ਜਿੱਤ ਦੇਵੇਂਗਾ ਤਾਂ ਵਾਪਸੀ ਤੇ ਮੇਰੇ ਘਰ ਦੇ ਬੂਹੇ ਵਿੱਚੋਂ ਪਹਿਲੇ ਮਨੁੱਖ ਦੀ ਹੋਮ ਬਲੀ ਤੇਰੇ ਸਾਹਮਣੇ ਚੜਾਵਾਂਗਾ। ਤਦ ਜਿਫਤਾ ਨੇ ਦਰਿਆ ਪਾਰ ਕਰਕੇ ਅਮੋਨੀ ਲੋਕਾਂ ਉੱਤੇ ਚੜਾਈ ਕੀਤੀ ਅਤੇ ਪ੍ਰਭੂ ਨੇ ਉਸ ਨੂੰ ਉਹਨਾਂ ਉੱਤੇ ਜਿੱਤ ਦਿੱਤੀ। ਜਿਫਤਾ ਨੇ ਅਰੋਏਰ ਤੋਂ ਲੈ ਕੇ ਮਿਨੀਕ ਤੱਕ 20 ਸ਼ਹਿਰਾਂ ਅਤੇ ਏਬਲ ਕਰਮੀਮ ਤੱਕ ਭਿਅੰਕਰ ਕਤਲੇਆਮ ਕੀਤਾ। ਸੋ ਅਮੋਨੀ ਉਸ ਦੇ ਹੱਥੋਂ ਹਾਰ ਗਏ। ਆਮੀਨ। ਇਸ ਦੇ ਵਿੱਚ ਜਿਹੜੀ ਮੇਨ ਚੀਜ਼ ਆ ਉਹ ਇਹ ਆ ਕਿ ਜਿਹੜੀ ਉਸਨੇ ਕਹੀ ਆ ਮਨੁੱਖ ਦੀ ਬਲੀ, ਔਰ ਪ੍ਰਭੂ ਨੇ ਇਸ ਦੀ ਉਹਨੂੰ ਸਜ਼ਾ ਦਿੱਤੀ। ਮਨੁੱਖ ਦੀ ਬਲੀ ਪ੍ਰਭੂ ਨੇ ਕਦੀ ਸਵੀਕਾਰ ਨਹੀਂ ਕੀਤੀ। ਮਨੁੱਖ ਦੀ ਜਿਹੜੀ ਬਲੀ ਆ ਉਹ ਕਿਸੇ ਉਹ ਪਾਪੀ ਮਨੁੱਖ ਦੀ ਜਿਹੜੀ ਬਲੀ, ਕਿਉਂਕਿ ਮਨੁੱਖ ਪਾਪੀ ਆ, ਉਸਦੇ ਕੋਲ ਉਸਨੇ ਜੋ ਅਦਨ ਦੇ ਵਿੱਚ ਉਹ ਖਾਧਾ ਸੀ, ਉਸਨੇ ਉਹ ਪਾਪ ਜ਼ਿੰਦਗੀ ਦੇ ਵਿੱਚ ਉੱਥੇ ਆ ਗਿਆ। ਸੋ ਪ੍ਰਭੂ ਨੇ ਮਨੁੱਖ ਦੀ ਜਿਹੜੀ ਬਲੀ ਆ ਉਹ ਅਸਵੀਕ੍ਰਿਤ ਸੀਗੀ।
ਔਰ ਇਸੇ ਕਰਕੇ ਮਾਸੂਮ ਜਾਨਵਰ ਦੀ ਬਲੀ ਦਿੱਤੀ ਜਾਂਦੀ ਸੀ ਔਰ ਉਸ ਦੀ ਮਾਸੂਮੀ ਦੇ ਵਿੱਚ ਪਾਪ ਛੁਪਾਇਆ ਜਾਂਦਾ ਸੀ। ਉਸਨੇ ਕਿਹਾ ਕਿ ਮੈਂ ਮਨੁੱਖ ਦੀ ਬਲੀ ਦਊਂਗਾ, ਜਿਹੜਾ ਮਨੁੱਖ ਮੈਨੂੰ ਬੂਹੇ ਤੇ ਜਾਂਦਾ ਮਿਲ ਗਿਆ ਮੈਂ ਉਸ ਦੀ ਬਲੀ ਦਊਂਗਾ। ਸੋ ਪ੍ਰਭੂ ਨੇ ਉਸ ਨੂੰ ਜਿੱਤ ਵੀ ਦਿੱਤੀ ਆ, ਹੁਣ ਪ੍ਰਭੂ ਨੇ ਉਸ ਨੂੰ ਸਬਕ ਵੀ ਸਿਖਾਉਣਾ ਹੈ। ਸੋ ਆਓ ਅਸੀਂ ਚੌਥੀ ਆਇਤ ਤੋਂ ਲੈ ਕੇ 40 ਆਇਤ ਤੱਕ ਇਸ ਨੂੰ ਦੇਖੀਏ। मैं पढ़ लें बस जी। ਜੀ हाँ जी। जफ्ता दी धी तद जफ्ता मिसपा ਵਿੱਚ ਵਾਪਸ ਮੁੜ ਕੇ ਆਇਆ ਤਾਂ ਉਸ ਦੇ ਘਰੋਂ ਸਭ ਤੋਂ ਪਹਿਲਾਂ ਉਸ ਦੀ ਇਕਲੌਤੀ ਇੱਕਮਾਤਰ ਧੀ ਡੱਫ ਵਜਾਉਂਦੀ ਤੇ ਨੱਚਦੀ ਆਪਣੇ ਪਿਤਾ ਨੂੰ ਮਿਲਣ ਆਈ। ਜਫਤਾ ਨੇ ਉਸ ਨੂੰ ਦੇਖ ਕੇ ਆ ਭਰੀ ਤੇ ਕਿਹਾ, ਹੇ ਮੇਰੀ ਧੀਏ, ਤੂੰ ਮੇਰਾ ਦਿਲ ਕਿਉਂ ਤੋੜਿਆ? ਮੈਂ ਬਹੁਤ ਦੁਖੀ ਹਾਂ। ਮੈਂ ਪ੍ਰਭੂ ਸਾਹਮਣੇ ਪ੍ਰਤਿੱਗਿਆ ਕੀਤੀ ਹੈ ਜੋ ਮੈਂ ਵਾਪਸ ਨਹੀਂ ਲੈ ਸਕਦਾ ਹਾਂ। ਉਸ ਦੀ ਧੀ ਨੇ ਉੱਤਰ ਦਿੱਤਾ, ਪਿਤਾ ਜੀ, ਤੁਸੀਂ ਪ੍ਰਭੂ ਨੂੰ ਆਪਣੀ ਦਿੱਤੀ ਪ੍ਰਤਿੱਗਿਆ ਅਨੁਸਾਰ ਮੇਰੇ ਨਾਲ ਕਰੋ। ਪ੍ਰਭੂ ਨੇ ਤੈਨੂੰ ਤੇਰੇ ਵੈਰੀ ਅਮੋਨੀਆ ਦੇ ਵਿਰੁੱਧ ਜਿੱਤ ਦਿੱਤੀ ਹੈ। ਪਰ ਉਸਨੇ ਆਪਣੇ ਪਿਤਾ ਨੂੰ ਅੱਗੇ ਕਿਹਾ, ਪਰ ਤੁਸੀਂ ਮੇਰੇ ਲਈ ਇੰਨਾ ਕਰੋ ਕਿ ਮੈਨੂੰ 2 ਮਹੀਨਿਆਂ ਤੱਕ ਇਕੱਲਿਆਂ ਰਹਿਣ ਦਿਓ। ਮੈਂ ਆਪਣੀਆਂ ਸਹੇਲੀਆਂ ਨਾਲ ਪਹਾੜਾਂ ਵਿੱਚ ਮਰਨ ਤੋਂ ਪਹਿਲਾਂ ਆਪਣੇ ਕੁਆਰਪੁਣੇ ਦਾ ਸੋਗ ਕਰਾਂ। ਉਸਨੇ ਆਪਣੀ ਧੀ ਨੂੰ ਉਸ ਦੀਆਂ ਸਹੇਲੀਆਂ ਨਾਲ ਘੱਲ ਦਿੱਤਾ। ਤਦ ਉਹ ਆਪਣੀਆਂ ਸਹੇਲੀਆਂ ਨਾਲ ਪਹਾੜਾਂ ਵਿੱਚ ਗਈ ਅਤੇ ਸੋਗ ਕੀਤਾ, ਕਿਉਂਕਿ ਉਹ ਕੁਆਰੀ ਬਿਨਾਂ ਆਦਮੀ ਨਾਲ ਸੰਗ ਕੀਤਿਆਂ ਮਰ ਰਹੀ ਸੀ। 2 ਮਹੀਨਿਆਂ ਦੇ ਪਿੱਛੋਂ ਉਹ ਵਾਪਸ ਆਪਣੇ ਪਿਓ ਕੋਲ ਆਈ। ਉਸਦੇ ਪਿਤਾ ਨੇ ਆਪਣੀ ਪ੍ਰਭੂ ਅੱਗੇ ਕੀਤੀ ਪ੍ਰਤਿੱਗਿਆ ਅਨੁਸਾਰ ਕੀਤਾ ਅਤੇ ਉਹ ਕੁਆਰੀ ਹੀ ਮਰ ਗਈ। ਹੁਣ ਯਹੂਦੀ ਕੁਆਰੀਆਂ ਵਿੱਚ ਇੱਕ ਰੀਤ ਹੈ ਜਿਸ ਅਨੁਸਾਰ ਉਹ ਹਰ ਸਾਲ 4 ਦਿਨਾਂ ਦੇ ਲਈ ਬਾਹਰ ਜਫਤਾ ਦੀ ਧੀ ਲਈ ਸੋਗ ਮਨਾਉਣ ਜਾਂਦੀਆਂ ਹਨ। ਸੋ ਇਹ ਥੋੜੀ ਦੇਰ ਚੱਲਿਆ, ਲੇਕਿਨ ਇਹ ਬਹੁਤੀ ਦੇਰ ਨਹੀਂ ਚੱਲਿਆ, ਕਿਉਂਕਿ ਇਹ ਬਾਅਦ ਦੇ ਵਿੱਚ ਜਿਹੜੇ ਪ੍ਰਭੂ ਦੇ ਬੰਦੇ ਹੋਏ ਉਹਨਾਂ ਨੇ ਦੇਖਿਆ ਕਿ ਨਹੀਂ, ਇਹ ਤਾਂ ਉਹਨੂੰ ਸਜ਼ਾ ਸੀ, ਉਹਨੂੰ ਸਜ਼ਾ ਸੀ ਕਿ ਠੀਕ ਆ ਕਿ ਜੇ ਤੂੰ ਇਹ ਤਾਂ ਸਿਰਫ ਜਿਹੜਾ ਇੱਕ ਕੰਮ ਸੀ ਮਸੀਹ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਕਰ ਸਕਦਾ। ਪਰਮੇਸ਼ਰ ਦਾ ਇਕਲੌਤਾ ਪੁੱਤਰ, ਉਸ ਤੋਂ ਸਿਵਾਏ ਕੋਈ ਨਹੀਂ ਸੀ ਕਰ ਸਕਦਾ, ਕਿਉਂਕਿ ਉਸਦੇ ਵਿੱਚ ਨਾ ਮਾਫੀ ਸੀ ਨਾ ਜਿੱਤ ਸੀ। ਇਹਦੇ ਵਿੱਚ ਨਾ ਮਾਫੀ ਸੀ ਕਿਸੇ ਚੀਜ਼ ਦੀ, ਨਾ ਕਿਸੇ ਚੀਜ਼ ਦੀ ਜਿੱਤ ਸੀ। ਇਹ ਤਾਂ ਉਸਨੇ ਆਪਣੇ ਆਪ ਦੇ ਉੱਤੇ ਜੋ ਪ੍ਰਭੂ ਨੇ ਮਨਾ ਕੀਤਾ ਸੀ ਕਿ ਮਨੁੱਖ ਦੀ ਬਲੀ ਨਹੀਂ ਦਿੱਤੀ ਜਾਏਗੀ, ਉਹ ਤਾਂ ਇਹ ਕੰਮ ਕਰਦਾ ਪਿਆ, ਉਹ ਕੰਮ ਕਰਦਾ ਪਿਆ। ਸੋ ਪ੍ਰਭੂ ਨੇ ਉਸ ਨੂੰ ਜਿੱਤ ਦੇਣੀ ਸੀ ਪ੍ਰਭੂ ਨੇ ਆਪਣੇ ਲੋਕਾਂ ਦੀ ਖਾਤਰ, ਲੇਕਿਨ ਯਿਫਤਾ ਨੂੰ ਸਜ਼ਾ ਵੀ ਮਿਲੀ ਔਰ ਇਹ ਉਸਦੀ ਸਜ਼ਾ ਸੀ। ਸੋ ਆਓ ਅਸੀਂ 12ਵਾਂ ਚੈਪਟਰ ਉਸਨੂੰ ਅਸੀਂ ਪਹਿਲੀਆਂ 7 ਆਇਤਾਂ ਨਹੀਂ ਪੜ੍ਹਦੇ ਹਾਂ ਬਸ ਵੀ। ਹਾਂਜੀ ਮੇਰੀ ਭੈਣ। ਹਾਂਜੀ। ਜਫਤਾ ਅਤੇ ਇਫਰਾਈਮੀ ਲੋਕ ਜਰਦਨ ਦਰਿਆ ਤੋਂ ਪਾਰ ਜਫੋਨ ਤੱਕ ਗਏ ਅਤੇ ਉਹਨਾਂ ਜਫਤਾ ਨੂੰ ਕਿਹਾ, ਤੂੰ ਦੂਜੇ ਪਾਸੇ ਜਾ ਕੇ ਅਮੋਨੀਆਂ ਨਾਲ ਲੜਨ ਗਿਆ, ਪਰ ਸਾਨੂੰ ਕਿਉਂ ਨਾ ਸੱਦਿਆ? ਅਸੀਂ ਵੀ ਤੇਰੇ ਨਾਲ ਜਾ ਸਕਦੇ ਸਾਂ। ਹੁਣ ਅਸੀਂ ਤੇਰੇ ਘਰ ਸਣੇ ਫੂਕ ਦੇਵਾਂਗੇ। ਜਫਤਾ ਨੇ ਉੱਤਰ ਦਿੱਤਾ, ਮੇਰਾ ਅਤੇ ਮੇਰੇ ਲੋਕਾਂ ਦਾ ਅਮੋਨੀ ਲੋਕਾਂ ਨਾਲ ਭਿਅੰਕਰ ਯੁੱਧ ਹੋਇਆ। ਮੈਂ ਤੁਹਾਨੂੰ ਮਦਦ ਲਈ ਸੱਦਿਆ ਸੀ, ਪਰ ਤੁਸੀਂ ਨਹੀਂ ਆਏ ਸੋ। ਇਸ ਲਈ ਜਦੋਂ ਮੈਂ ਦੇਖਿਆ ਕਿ ਤੁਸੀਂ ਮੇਰੀ ਮਦਦ ਲਈ ਨਹੀਂ ਆ ਰਹੇ, ਤਾਂ ਮੈਂ ਆਪਣੀ ਜਾਨ ਹਥੇਲੀ ਉੱਤੇ ਰੱਖ ਕੇ ਦਰਿਆਓਂ ਪਾਰ ਗਿਆ ਅਤੇ ਅਮੋਨੀਆਂ ਨਾਲ ਲੜਿਆ। ਪ੍ਰਭੂ ਨੇ ਮੈਨੂੰ ਉਹਨਾਂ ਉੱਤੇ ਜਿੱਤ ਦਿੱਤੀ, ਪਰ ਤੁਸੀਂ ਅੱਜ ਮੇਰੇ ਨਾਲ ਲੜਨ ਕਿਉਂ ਆ ਰਹੇ ਹੋ? ਤਦ ਉਸਨੇ ਆਪਣੇ ਸਭ ਗਲਿਆਦੀ ਆਦਮੀਆਂ ਨੂੰ ਇਕੱਠੇ ਕੀਤਾ ਅਤੇ ਇਫਰਾਈਮੀਆਂ ਨਾਲ ਲੜਾਈ ਕੀਤੀ। ਉਸਨੇ ਇਫਰਾਈਮੀਆਂ ਨੂੰ ਬੁਰੀ ਤਰ੍ਹਾਂ ਨਾਲ ਹਰਾਇਆ, ਕਿਉਂਕਿ ਉਹ ਕਹਿੰਦੇ ਸਨ, ਤੁਸੀਂ ਗਲਿਆਦੀ ਇਫਰਾਈਮ ਦੇ ਭਗੌੜੇ ਹੋ ਤੇ ਹੁਣ ਸਾਡੇ ਅਤੇ ਮਨਸ਼ੀ ਲੋਕਾਂ ਦੇ ਵਿਚਕਾਰ ਰਹਿ ਰਹੇ ਹੋ। ਗਲਿਆਦੀ ਲੋਕਾਂ ਨੇ ਜਰਦਨ ਦੇ ਉਹ ਸਾਰੇ ਪੱਤਨਾਂ ਉੱਤੇ ਅਧਿਕਾਰ ਕਰ ਲਿਆ ਜਿਨ੍ਹਾਂ ਦੁਆਰਾ ਇਫਰਾਈਮੀ ਦੂਜੇ ਪਾਰ ਜਾ ਸਕਦੇ ਸਨ। ਇਸ ਲਈ ਵੀ ਕੋਈ ਇਫਰਾਈਮੀ ਕਿਸੇ ਪੱਤਣ ਉੱਤੇ ਦੂਜੇ ਪਾਰ ਜਾਣ ਲਈ ਆਉਂਦਾ ਤਾਂ ਗਲਿਆਦੀ ਉਸ ਤੋਂ ਪੁੱਛਦੇ ਸਨ, ਕੀ ਤੂੰ ਇਫਰਾਈਮੀ ਹੈ? ਜੇਕਰ ਉਹ ਉੱਤਰ ਦਿੰਦਾ ਨਹੀਂ, ਤਾਂ ਉਹ ਉਸ ਨੂੰ ਕਹਿੰਦੇ, ਤੂੰ ਸ਼ਿਬੋਲਤ ਕਹਿ, ਕਿਉਂਕਿ ਇਫਰਾਈਮੀ ਇਸ ਸ਼ਬਦ ਦਾ ਉਚਾਰਨ ਨਹੀਂ ਕਰ ਸਕਦੇ ਸਨ। ਸੋ ਗਲਿਆਦੀ ਹਰ ਇਫਰਾਈਮੀ ਨੂੰ ਉੱਥੇ
ਉੱਥੇ ਹੀ ਕਤਲ ਕਰ ਦਿੰਦੇ ਸਨ। ਗਲਿਆਦੀਆਂ ਨੇ ਉਸ ਸਮੇਂ ਕੋਈ 42,000 ਇਫਰਾਈਮੀ ਕਤਲ ਕੀਤੇ ਸਨ। ਜੋਤਾਮ ਨੇ ਇਜ਼ਰਾਈਲੀਆਂ ਦਾ 6 ਸਾਲਾਂ ਤੱਕ ਨਿਆਂ ਕੀਤਾ। ਫਿਰ ਉਹ ਮਰ ਗਿਆ ਅਤੇ ਗਲਿਆਦ ਦੇ ਆਪਣੇ ਸ਼ਹਿਰ ਵਿੱਚ ਦਫਨਾ ਦਿੱਤਾ ਗਿਆ। ਆਪਣੇ ਸ਼ਹਿਰ ਦੇ ਵਿੱਚ ਦਫਨਾ ਦਿੱਤਾ ਗਿਆ। ਸੋ ਇੱਥੇ ਅਸੀਂ ਇਹ ਦੇਖਦੇ ਪਏ ਹਾਂ ਕਿ ਉਹਨਾਂ ਦੇ ਆਪਸ ਦੇ ਵਿੱਚ ਵੀ ਹੁਣ ਝਗੜੇ ਸ਼ੁਰੂ ਹੋ ਗਏ। ਕਬੀਲਿਆਂ ਦੇ ਆਪਸ ਵਿੱਚ ਵੀ ਝਗੜੇ ਸ਼ੁਰੂ ਹੋ ਗਏ। ਪ੍ਰਭੂ ਉਹ ਆਪਣੇ ਪ੍ਰਭੂ ਨੂੰ ਛੱਡ ਕੇ ਆਪਣੀਆਂ ਪ੍ਰਭੂ ਦੁਆਰਾ ਦਿੱਤੀ ਹੋਈ ਧਰਤੀ ਤੋਂ ਉਹਨਾਂ ਨੇ ਆਪਣੀ ਹੱਦਬੰਦੀ ਅੱਗੇ ਵਧਾਉਣੀ ਸ਼ੁਰੂ ਕਰ ਦਿੱਤੀ ਹੈ, ਜੋ ਪ੍ਰਭੂ ਦੇ ਵੱਲੋਂ ਮਨਾਹੀ ਸੀ, ਜੋ ਮਨਾਹੀ ਸੀ। ਉਹਨਾਂ ਨੇ ਉੱਥੇ ਪ੍ਰਭੂ ਨੇ ਕਿਹਾ ਸੀ ਕਿ ਕੋਈ ਕਿਸੇ ਦੀ ਧਰਤੀ ਦੇ ਉੱਤੇ ਕਬਜ਼ਾ ਨਹੀਂ ਕਰੇਗਾ। ਤੁਸੀਂ ਆਪਣੀ ਆਪਣੀ ਧਰਤੀ ਤੇ ਜਿੱਦਾਂ ਮੋਜ਼ਸ ਨੇ ਤੁਹਾਨੂੰ ਦਿੱਤੀਆਂ ਸੀ, ਮੂਸਾ ਨੇ ਦਿੱਤੀ ਸੀ ਔਰ ਯਸ਼ੂਆ ਨੇ ਵੰਡੀ ਸੀ, ਉਸ ਧਰਤੀ ਦੇ ਉੱਤੇ ਤੁਸੀਂ ਰਹਿਣਾ। ਲੇਕਿਨ ਇੱਥੇ ਇਫਰਾਇਮ ਦੇ ਲੋਕ ਇੱਕ ਵਾਰ ਫਿਰ, ਅਸੀਂ ਪਹਿਲਾਂ ਵੀ ਇੱਕ ਚਲਾਕੀ ਦੇਖੀ ਸੀ, ਇਹ ਫਿਰ ਚਲਾਕੀ ਕਰਦੇ ਪਏ। ਜਿਸ ਲਈ ਤਾਂ ਉਹਨਾਂ ਨੇ ਸੱਦਿਆ ਤੇ ਉਹ ਆਏ ਨਹੀਂ। ਹੁਣ ਉਸਨੇ ਅਮੋਨੀਆ ਦੇ ਉੱਤੇ ਜੰਗ ਜਿੱਤ ਲਈ ਹੈ। ਅਫਕੋਰਸ ਲੁੱਟ ਦਾ ਮਾਲ ਵੀ ਆਇਆ ਤੇ ਹੁਣ ਕਹਿ ਰਹੇ ਕਿ ਤੂੰ ਤਾਂ ਸਾਨੂੰ ਸੱਦਿਆ ਹੀ ਨਹੀਂ, ਤੂੰ ਸਾਨੂੰ ਸੱਦਿਆ ਕਿਉਂ ਨਹੀਂ? ਸੋ ਉਹ ਇਹ ਦੇਖਦੇ ਪਏ ਕਿ ਜਿਸ ਲਈ ਜੰਗ ਤੇ ਲੜਨ ਗਿਆ ਸੀ ਤੇ ਜਿਹੜੇ ਇਹਦੇ ਨਾਲ ਸਿਪਾਹੀ ਗਏ ਸੀਗੇ, ਕੁਛ ਇੱਕ ਮਰ ਗਏ, ਕੁਛ ਇੱਕ ਦੇ ਸੱਟਾਂ ਲੱਗ ਗਈਆਂ ਹੋਣਗੀਆਂ, ਕੁਛ ਇੱਕ ਥੱਕ ਗਏ, ਹੁਣ ਇਹ ਜੰਗ ਦੇ ਯੋਗ ਨਹੀਂ। ਸੋ ਇਹਦੇ ਉੱਤੇ ਹਮਲਾ ਕਰਕੇ ਜੋ ਇਹ ਲੁੱਟ ਦਾ ਮਾਲ ਲੈ ਕੇ ਆਇਆ, ਅਸੀਂ ਉੱਤੇ ਕਬਜ਼ਾ ਕਰ ਲੈਂਦੇ। ਇਹ ਵਿੱਚੋਂ ਜਿਹੜੀ ਮੇਨ ਚੀਜ਼ ਸੀ ਉਹ ਇਹ ਵਿੱਚੋਂ ਸੀ। ਨਾਲੇ ਉਹਨਾਂ ਨੂੰ ਪਤਾ ਸੀ ਕਿ ਯਫਤਾ ਦੀ ਇਕਲੌਤੀ ਬੇਟੀ ਜਿਹੜੀ ਜਿਸ ਨੂੰ ਮਰਨਾ ਪਿਆ, ਸੋ ਉਹਦਾ ਆਪਣਾ ਦਿਲ ਵੀ ਟੁੱਟਾ ਹੈ। ਲੇਕਿਨ ਪ੍ਰਭੂ ਨੇ ਇਸ ਤਰ੍ਹਾਂ ਨਹੀਂ ਹੋਣ ਦਿੱਤਾ, ਪ੍ਰਭੂ ਨੇ ਚਲਾਕੀਆਂ ਨਹੀਂ ਹੋਣ ਦਿੱਤੀਆਂ ਔਰ ਉਸਨੇ ਇਹਨਾਂ ਨੂੰ ਇੱਥੋਂ ਇੱਕ ਹਾਰ ਦਿੱਤੀ ਔਰ ਹਾਰ ਦੇਣ ਤੋਂ ਬਾਅਦ ਉਸਨੇ ਉਹਨਾਂ ਨੂੰ ਇਹ ਦੱਸਿਆ ਕਿ ਇਹ ਕੰਮ ਪ੍ਰਭੂ ਦੇ ਜਿਹੜੀ ਧਰਤੀ ਤੁਹਾਨੂੰ ਪ੍ਰਭੂ ਨੇ ਦਿੱਤੀ ਆ, ਉਹ ਤੋਂ ਇਲਾਵਾ ਇਹ ਤੁਹਾਨੂੰ ਹੋਰ ਨਹੀਂ ਮਿਲੇਗੀ, ਤੁਸੀਂ ਹੋਰ ਕਬਜ਼ੇ ਨਹੀਂ ਕਰ ਸਕਦੇ। ਸੋ ਅਸੀਂ ਕੀ ਦੇਖਦੇ ਪਏ ਹਾਂ ਕਿ ਕਬੀਲਿਆਂ ਦੇ ਵਿੱਚ ਹੁਣ ਆਪਸ ਦੇ ਵਿੱਚ ਵੀ ਝਗੜੇ ਸ਼ੁਰੂ ਹੋ ਗਏ ਔਰ ਇਹ ਜਿਹੜੀ ਚੀਜ਼ ਹੈ, ਇਹ ਮੇਨ ਚੀਜ਼ ਹੈ ਕਿ ਜਿਸ ਲਈ ਉਹਨਾਂ ਦੇ ਅੰਦਰੋਂ ਝਗੜੇ ਸ਼ੁਰੂ ਹੋ ਗਏ ਆ ਤੇ ਹੁਣ ਬਾਹਰਲੀ ਜਿਹੜੀਆਂ ਫੋਰਸਿਸ ਆ ਉਹਨਾਂ ਦੇ ਲਈ ਸੌਖਾ ਆ, ਉਹਨਾਂ ਦੇ ਲਈ ਹੋਰ ਸੌਖਾ ਹੋ ਗਿਆ ਕਿ ਉਹ ਇਹਨਾਂ ਦੇ ਉੱਤੇ ਹਮਲੇ ਕਰ ਸਕਦੇ ਆ। ਉਹਨਾਂ ਦੇ ਲਈ ਸੌਖਾ ਆ ਕਿ ਉਹ ਇਹਨਾਂ ਦੇ ਇਲਾਕਿਆਂ ਦੇ ਉੱਤੇ ਕਬਜ਼ਾ ਕਰ ਸਕਦੇ ਆ, ਇਹਨਾਂ ਦੇ ਉੱਤੇ ਉਹ ਰਾਜ ਕਰ ਸਕਦੇ ਆ, ਇਹਨਾਂ ਨੂੰ ਆਪਣੇ ਗੁਲਾਮ ਬਣਾ ਸਕਦੇ ਆ। ਉਹਨਾਂ ਦੇ ਲਈ ਹੋਰ ਵੀ ਸੌਖਾ ਹੋ ਗਿਆ। ਸੋ ਆਓ ਹੁਣ ਅਸੀਂ ਯਫਤਾ ਤੋਂ ਬਾਅਦ ਦੇਖਦੇ ਹਾਂ ਕਿ ਇਬਸਾਨ, ਅਸੀਂ ਇਹ ਪੜ੍ਹ ਦਿੰਦੇ ਹਾਂ ਜਿੱਦਾਂ ਕਿ ਅਸੀਂ ਜਾਵਾਂਗੇ 8 ਆਇਤ ਤੋਂ ਲੈ ਕੇ ਇਸ ਨੂੰ ਖਤਮ ਕਰ ਦਿੰਦੇ ਹਾਂ ਤੇ ਫਿਰ ਅਸੀਂ ਮੈਪ ਦੇ ਵਿੱਚ ਜਾ ਕੇ ਦੇਖਾਂਗੇ ਕਿ ਇਹ ਕਿਹੜੇ ਇਲਾਕੇ ਮੈਂ ਪੜ੍ਹਦੀ ਬਸ। ਇਬਸਾਨ ਜਿਫਤਾ ਦੇ ਮਾਰਨ ਤੋਂ ਪਿੱਛੋਂ ਇਸਰਾਏਲੀਆਂ ਦਾ ਨਿਆਂ ਪ੍ਰਬੰਧਕ ਇਬਸਾਨ ਬਣਿਆ, ਜੋ ਬੈਤਲਹਮ ਨਗਰ ਦਾ ਰਹਿਣ ਵਾਲਾ ਸੀ। ਉਸ ਦੇ 30 ਪੁੱਤਰ ਤੇ 30 ਹੀ ਧੀਆਂ ਸਨ। ਉਸਨੇ ਆਪਣੀਆਂ 30 ਧੀਆਂ ਦੇ ਵਿਆਹ ਦੂਜੇ ਕਬੀਲਿਆਂ ਵਿੱਚ ਕੀਤੇ ਅਤੇ ਆਪਣੇ ਪੁੱਤਰਾਂ ਦੇ ਵਿਆਹ ਦੂਜੇ ਕਬੀਲਿਆਂ ਦੀਆਂ 30 ਲੜਕੀਆਂ ਨਾਲ ਕੀਤੇ। ਇਬਸਾਨ ਨੇ 7 ਸਾਲਾਂ ਤੱਕ ਇਸਰਾਏਲ ਦਾ ਨਿਆਂ ਪ੍ਰਬੰਧ ਕੀਤਾ। ਇਸ ਦੇ ਪਿੱਛੋਂ ਉਹ ਮਰ ਗਿਆ ਤੇ ਉਸਦੇ ਲੋਕਾਂ ਨੇ ਉਸ ਨੂੰ ਬੈਤਲਹਮ ਵਿੱਚ ਦਫਨਾ ਦਿੱਤਾ। ਏਲੋਨ ਇਬਸਾਨ ਦੇ ਪਿੱਛੋਂ ਜਬਲੂਨ ਇਲਾਕੇ ਦੇ ਅਲੋਨ ਨੇ 10 ਸਾਲਾਂ ਤੱਕ ਇਸਰਾਏਲੀਆਂ ਦਾ ਨਿਆਂ ਕੀਤਾ। ਇਸ ਦੇ ਪਿੱਛੋਂ ਉਹ ਮਰ ਗਿਆ ਤੇ ਉਸਦੇ ਲੋਕਾਂ ਨੇ ਉਸ ਨੂੰ ਜਬਲੂਨ ਦੇ ਇਲਾਕੇ ਦੇ ਇੱਕ ਨਗਰ ਅਯਲੋਨ ਵਿੱਚ ਦਫਨਾ ਦਿੱਤਾ। ਅਬਦੋਨ ਏਲੋਨ ਦੇ ਪਿੱਛੋਂ ਫਿਰਾਤੋਨ ਨਗਰ ਦਾ ਰਹਿਣ ਵਾਲਾ ਅਬਦੋਨ ਇਸਰਾਏਲੀਆਂ ਦਾ ਨਿਆਂ ਪ੍ਰਬੰਧਕ ਬਣਿਆ। ਉਸ ਦੇ ਪਿਤਾ ਦਾ ਨਾਂ ਹਿਲੇਲ ਸੀ। ਉਸ ਦੇ 40 ਪੁੱਤਰ ਅਤੇ 30 ਧੀਆਂ ਸਨ ਜੋ 70 ਖੋਤਿਆਂ ਦੀ ਸਵਾਰੀ ਕਰਦੇ ਸਨ। ਉਸਨੇ 8 ਸਾਲ ਇਸਰਾਏਲੀਆਂ ਦਾ ਨਿਆਂ ਕੀਤਾ। ਇਸ ਦੇ ਪਿੱਛੋਂ ਅਬਦੋਨ ਮਰ ਗਿਆ ਅਤੇ ਉਸਦੇ ਲੋਕਾਂ ਨੇ ਉਸ ਨੂੰ ਫਿਰਾਤੋਨ ਨਗਰ ਵਿੱਚ ਦਫਨਾ ਦਿੱਤਾ, ਜੋ ਇਫਰਾਇਮ ਦੇ ਪਹਾੜੀ ਇਲਾਕੇ ਅਮਾਲੇਕ ਵਿੱਚ ਹੈ। ਅਮਾਲੇਕੀਆਂ ਦੇ ਇਲਾਕੇ ਦੇ ਵਿੱਚ ਉਸ ਨੂੰ ਦਫਨਾ ਦਿੱਤਾ। ਸੋ ਹੁਣ ਅਸੀਂ ਕੀ ਦੇਖਦੇ ਪਏ ਹਾਂ? ਲੈਟਸ ਗੋ ਬੈਕ ਔਰ ਸੋ
ਸੋ ਹੁਣ ਅਸੀਂ ਇਹ ਦੇਖਦੇ ਪਏ ਹਾਂ ਕਿ ਜਬਲੂਨ ਦੇ ਕਬੀਲੇ ਦੇ ਵਿੱਚ ਅਲੋਨ ਜਿਹੜਾ ਉਹ ਆਇਆ। ਸੋ ਇਹ ਉਹਨਾਂ ਦੀ ਜਿਹੜੀ ਧਰਤੀ ਆ, ਇਹ ਇਸ ਧਰਤੀ ਦੇ ਵਿੱਚ ਅਸੀਂ ਉਸਨੂੰ ਦੇਖਦੇ ਪਏ ਹਾਂ। ਔਰ ਫਿਰ ਅਸੀਂ ਇੱਥੇ ਇਬਜ਼ੈਨ ਦਾ ਜਿਹੜਾ ਹੈਗਾ, ਇਹ ਬੈਤਲਹਿਮ ਦਾ ਇਲਾਕਾ, ਯਹੂਦਾ ਦਾ ਇਲਾਕਾ, ਅਸੀਂ ਉੱਥੇ ਉਸ ਨੂੰ ਜਿਹੜਾ ਇੱਕ ਨਿਆਈ ਜਿਹੜਾ ਮਿਲਿਆ, ਜਿਸ ਨੂੰ ਅਸੀਂ ਗੱਬੇ ਦੇਖਦੇ ਪਏ ਹਾਂ। ਸੋ ਇਸੇ ਤਰ੍ਹਾਂ ਜਿਹੜਾ ਅਖੀਰ ਦੇ ਵਿੱਚ ਆਇਆ ਅਬਦੋਨ ਜਿਹੜਾ ਸੀਗਾ, ਉਸਨੂੰ ਅਸੀਂ ਐਫਰਾਇਮ ਦੇ ਇਲਾਕੇ ਦੇ ਵਿੱਚ ਦੀ ਦੇਖਦੇ ਪਏ ਹਾਂ। ਉਹ ਇਸ ਇਲਾਕੇ ਦੇ ਵਿੱਚ ਉਸਨੇ ਜਿਹੜਾ ਇਹਨਾਂ ਦੇ ਉੱਤੇ ਬੇਸਿਕਲੀ ਉਸਨੇ ਇਸ ਇਲਾਕੇ ਦੇ ਜਿਹੜੇ ਜੋ ਮੁਸੀਬਤਾਂ ਆਈਆਂ ਸੀ, ਪ੍ਰਭੂ ਨੇ ਸੁਣੀ ਉਹਨਾਂ ਦੀ, ਔਰ ਸੁਣ ਕੇ ਪ੍ਰਭੂ ਨੇ ਉਹਨਾਂ ਨੂੰ ਅਬਦੋਨ ਦਿੱਤਾ। ਲੇਕਿਨ ਇਸੇ ਸਮੇਂ ਦੇ ਵਿੱਚ ਐਫਰਾਇਮ ਦੇ ਇਲਾਕੇ ਦੇ ਵਿੱਚ ਹੀ ਏਲੀ ਜਿਹੜਾ ਸੀਗਾ, ਉਹ ਮਹਾਪੁਰੋਹਿਤ ਵੀ ਸੀਗਾ ਔਰ ਉਹਨਾਂ ਦਾ ਜੱਜ ਵੀ ਸੀ। ਉਹ ਵੀ ਅਸੀਂ ਦੇਖਦੇ ਹੈਗੇ ਹਾਂ ਕਿ ਉਹ ਇਸ ਵੇਲੇ ਸਾਲਮ ਜਿਹੜਾ ਜਗ੍ਹਾ ਆ, ਉਸ ਉੱਥੇ ਪ੍ਰਭੂ ਦਾ ਮੰਦਿਰ ਵੀ, ਪ੍ਰਭੂ ਦਾ ਜਿਹੜਾ ਤੰਬੂ ਆ, ਉਹ ਵੀ ਉੱਥੇ ਆ। ਔਰ ਉਸ ਇਲਾਕੇ ਦੇ ਵਿੱਚ ਇਹਨਾਂ ਲੋਕਾਂ ਦਾ ਉਹ ਜੱਜ ਵੀ ਸੀ ਤੇ ਮਹਾਪੁਰੋਹਿਤ ਵੀ ਸੀ। ਸੋ ਇਹਨਾਂ ਸਾਰੀ ਚੀਜ਼ਾਂ ਨੂੰ ਅਸੀਂ ਦੇਖਦੇ ਪਏ ਹਾਂ ਕਿ ਇੱਕੋ ਹੀ ਸਮੇਂ ਦੇ ਵਿੱਚ ਕਾਫੀ ਜੱਜਸ ਜਿਹੜੇ ਬਾਅਦ ਦੇ ਵਿੱਚ ਕਾਫੀ ਜੱਜਸ ਇੱਕੋ ਹੀ ਸਮੇਂ ਦੇ ਵਿੱਚ ਆਏ। ਔਰ ਅਸੀਂ ਉੱਥੋਂ ਕਿਉਂਕਿ ਦੇਖਦੇ ਪਏ ਹਾਂ ਕਿਉਂਕਿ ਹੁਣ ਇਹਨਾਂ ਦਾ ਆਪਸ ਵਿੱਚ ਵੀ ਝਗੜਾ ਚੱਲ ਪਿਆ ਹੈ। ਇਹਨਾਂ ਦਾ ਆਪਸ ਵਿੱਚ ਵੀ ਝਗੜਾ ਚੱਲ ਪਿਆ ਔਰ ਇਹ ਉਸ ਚੀਜ਼ ਦਾ ਜਿਹੜਾ ਹੈਗਾ, ਉਹ ਦੁਸ਼ਮਣ, ਬਾਹਰੋਂ ਜਿਹੜਾ ਦੁਸ਼ਮਣ ਆ, ਉਹ ਉਸ ਦਾ ਫਾਇਦਾ ਉਠਾਉਂਦਾ ਪਿਆ। ਵੈਰੀ ਨੂੰ ਮੌਕਾ ਮਿਲ ਗਿਆ, ਸ਼ੈਤਾਨ ਨੂੰ ਮੌਕਾ ਮਿਲ ਗਿਆ ਕਿ ਇਹਨਾਂ ਨੂੰ ਖਿਲਾਰ ਕੇ ਮਾਰੇ। ਸੋ ਇਹ ਚੀਜ਼ਾਂ ਇੱਥੇ ਹੋ ਰਹੀਆਂ। ਔਰ ਇਹ ਜਿਹੜੇ 3 ਜੱਜਸ ਆ, ਇਹ ਪਿੱਛੇ ਉਸ ਸਮੇਂ ਦੇ ਵਿੱਚ ਆਏ। ਹੁਣ ਅਸੀਂ ਜਿਹੜਾ ਜਾਵਾਂਗੇ ਉਹ 13ਵੇਂ ਚੈਪਟਰ ਦੇ ਵਿੱਚ ਆ ਗਏ ਆ। ਇਹ ਦੂਸਰਾ ਮੇਨ ਕੈਰੈਕਟਰ, ਐਕਚੁਅਲੀ ਜੇ ਕਹ ਲਈਏ ਤਾਂ ਤੀਸਰਾ ਮੇਨ ਕੈਰੈਕਟਰ ਆ ਜਿਸ ਨੂੰ ਅਸੀਂ ਦੇਖਾਂਗੇ। ਗਿਦਿਅਨ ਜਿਹੜਾ ਇੱਕ ਗਿਦਿਅਨ ਸੀਗਾ, ਉਸ ਤੋਂ ਬਾਅਦ ਅਸੀਂ ਦੇਖਿਆ ਯਿਫਤਾ ਸੀਗਾ। ਯਿਫਤਾ ਤੋਂ ਬਾਅਦ ਇਹ ਅਗਲਾ ਮੇਨ ਕੈਰੈਕਟਰ ਜਿਹੜਾ ਜਿਸ ਨੂੰ ਅਸੀਂ ਜੱਜਸ ਦੇ ਵਿੱਚ ਦੇਖਦੇ ਪਏ ਹਾਂ। ਔਰ ਇਸ ਤੋਂ ਬਾਅਦ ਜਿਹੜਾ ਚੌਥਾ ਆਉਣਾ, ਉਹ ਆਉਣਾ ਸੈਮੂਅਲ। ਉਹ ਲਾਸਟ ਜੱਜ ਹੋਣਾ, ਲਾਸਟ ਨਿਆਈ ਇਹਨਾਂ ਦਾ ਹੋਣਾ। ਸੋ ਆਓ 13ਵੇਂ ਭਾਗ ਨੂੰ ਅਸੀਂ ਦੇਖਦੇ ਹਾਂ। ਔਰ ਲੈਟਸ ਸੀ ਆਓ ਅਸੀਂ ਪਹਿਲੀਆਂ ਅਸੀਂ 16 ਆਇਤਾਂ ਦੇਖੀਏ। 13ਵਾਂ ਭਾਗ, ਉਸ ਦੀਆਂ ਪਹਿਲੀਆਂ 16 ਆਇਤਾਂ। ਮੈਂ ਪੜ੍ਹ ਦਿਆਂ। ਹਾਂਜੀ ਮੇਰੀ ਭੈਣ। ਸਮਸੋਨ ਦਾ ਜਨਮ। ਤਦ ਇਜ਼ਰਾਈਲੀ ਲੋਕਾਂ ਨੇ ਫਿਰ ਪ੍ਰਭੂ ਦੇ ਵਿਰੁੱਧ ਪਾਪ ਕੀਤਾ ਅਤੇ ਉਸਨੇ 40 ਸਾਲਾਂ ਤੱਕ ਉਹਨਾਂ ਨੂੰ ਫਿਲਿਸਤੀ ਲੋਕਾਂ ਦੇ ਹੱਥੀਂ ਸੌਂਪ ਦਿੱਤਾ। ਉਸ ਸਮੇਂ ਉੱਥੇ ਦਾਨ ਦੇ ਕਬੀਲੇ ਦਾ ਇੱਕ ਆਦਮੀ ਮਨੋਆ ਨਾਂ ਦਾ ਸੀ, ਜੋ ਸਰਾ ਨਾਂ ਦੇ ਨਗਰ ਵਿੱਚ ਰਹਿੰਦਾ ਸੀ। ਉਸ ਦੀ ਪਤਨੀ ਬਾਂਝ ਸੀ। ਉਸ ਦੀ ਪਤਨੀ ਨੂੰ ਪ੍ਰਭੂ ਦੇ ਸਵਰਗਦੂਤ ਨੇ ਦਰਸ਼ਨ ਦੇ ਕੇ ਕਿਹਾ, ਤੂੰ ਅੱਜ ਤੱਕ ਬਾਂਝ ਹੈ ਅਤੇ ਇਸ ਲਈ ਤੇਰੇ ਘਰ ਕੋਈ ਸੰਤਾਨ ਨਹੀਂ ਹੈ, ਪਰ ਤੂੰ ਗਰਭਵਤੀ ਹੋਵੇਂਗੀ ਤੇ ਇੱਕ ਪੁੱਤਰ ਨੂੰ ਜਨਮ ਦੇਵੇਂਗੀ। ਇਸ ਲਈ ਉਸ ਦੇ ਜਨਮ ਤੱਕ ਤੂੰ ਦਾਖਸਾਰ ਜਾਂ ਸ਼ਰਾਬ ਨਾ ਪੀਵੀਂ ਅਤੇ ਨਾ ਹੀ ਕੋਈ ਅਸ਼ੁੱਧ ਵਸਤੂ ਖਾਵੀਂ। ਆਪਣੇ ਪੁੱਤਰ ਦੇ ਜਨਮ ਪਿੱਛੋਂ ਉਸ ਦੇ ਸਿਰ ਉੱਤੋਂ ਉਸਤਰੇ ਦੇ ਨਾਲ ਵਾਲ ਨਾ ਲਾਵੀਂ। ਉਹ ਜਨਮ ਤੋਂ ਹੀ ਪਰਮੇਸ਼ਰ ਦਾ ਨਜ਼ੀਰ ਹੋਵੇਗਾ। ਉਹ ਇਜ਼ਰਾਈਲੀ ਲੋਕਾਂ ਨੂੰ ਫਿਲਿਸਤੀ ਲੋਕਾਂ ਤੋਂ ਛੁਟਕਾਰਾ ਦੇਣ ਦਾ ਕੰਮ ਸ਼ੁਰੂ ਕਰੇਗਾ। ਉਸ ਔਰਤ ਨੇ ਆਪਣੇ ਪਤੀ ਨੂੰ ਇਹ ਸਭ ਦੱਸਿਆ। ਉਸਨੇ ਕਿਹਾ, ਪਰਮੇਸ਼ਰ ਦਾ ਇੱਕ ਬੰਦਾ ਮੇਰੇ ਕੋਲ ਆਇਆ, ਜੋ ਦੇਖਣ ਵਿੱਚ ਪਰਮੇਸ਼ਰ ਦਾ ਸਵਰਗਦੂਤ ਲੱਗਦਾ ਸੀ ਅਤੇ ਡਰਾਉਣਾ ਸੀ। ਮੈਂ ਉਸਨੂੰ ਪੁੱਛਿਆ ਨਹੀਂ ਸੀ ਕਿ ਉਹ ਕਿੱਥੋਂ ਆਇਆ ਹੈ ਤੇ ਨਾ ਹੀ ਉਸਨੇ ਮੈਨੂੰ ਦੱਸਿਆ ਕਿ ਉਹ ਕੌਣ ਹੈ, ਪਰ ਉਸਨੇ ਮੈਨੂੰ ਦੱਸਿਆ, ਮੈਂ ਗਰਭਵਤੀ ਹੋਵਾਂਗੀ ਤੇ ਇੱਕ ਪੁੱਤਰ ਨੂੰ ਜਨਮ ਦੇਵਾਂਗੀ। ਉਸਨੇ ਕਿਹਾ, ਮੈਂ ਦਾਖਸਾਰ ਤੇ ਸ਼ਰਾਬ ਨਾ ਪੀਵਾਂ ਅਤੇ ਨਾ ਕੋਈ ਸ਼ੁੱਧ ਚੀਜ਼ ਖਾਵਾਂ, ਕਿਉਂਕਿ ਉਹ ਮੁੰਡਾ ਆਪਣੇ ਜੀਵਨ ਭਰ ਪਰਮੇਸ਼ਰ ਦੇ ਸਾਹਮਣੇ
ਨਜ਼ੀਰ ਦੇ ਰੂਪ ਵਿੱਚ ਅਰਪਿਤ ਰਹੇਗਾ। ਤਦ ਮਨੋਆ ਨੇ ਪ੍ਰਭੂ ਅੱਗੇ ਪ੍ਰਾਰਥਨਾ ਕੀਤੀ, ਹੇ ਪ੍ਰਭੂ, ਤੂੰ ਉਸ ਪਰਮੇਸ਼ਰ ਦੇ ਬੰਦੇ ਨੂੰ ਫਿਰ ਸਾਡੇ ਕੋਲ ਘੱਲ, ਜਿਸ ਨੂੰ ਤੂੰ ਪਹਿਲਾਂ ਸਾਡੇ ਕੋਲ ਘੱਲਿਆ ਸੀ, ਕਿ ਉਹ ਸਾਨੂੰ ਦੱਸੇ ਕਿ ਅਸੀਂ ਉਸ ਮੁੰਡੇ ਨਾਲ ਕੀ ਕਰੀਏ ਜੋ ਸਾਡੇ ਘਰ ਪੈਦਾ ਹੋਵੇਗਾ। ਪਰਮੇਸ਼ਰ ਨੇ ਮਨੋਆ ਦੇ ਪ੍ਰਾਰਥਨਾ ਸੁਣੀ ਤੇ ਉਸਦੇ ਸਵਰਗਦੂਤ ਉਸਦੀ ਪਤਨੀ ਕੋਲ ਉਸ ਸਮੇਂ ਜਦੋਂ ਉਹ ਖੇਤ ਵਿੱਚ ਸੀ ਆਇਆ, ਅਤੇ ਉਸਦਾ ਪਤੀ ਉਸ ਵੇਲੇ ਉੱਥੇ ਨਹੀਂ ਸੀ। ਉਹ ਤੁਰੰਤ ਆਪਣੇ ਪਤੀ ਨੂੰ ਸੱਦਣ ਗਈ ਅਤੇ ਉਸਨੂੰ ਕਿਹਾ, ਉਹ ਆਦਮੀ ਜੋ ਉਸ ਦਿਨ ਮੇਰੇ ਕੋਲ ਆਇਆ ਸੀ ਅੱਜ ਵੀ ਮੇਰੇ ਕੋਲ ਆਇਆ ਹੈ। ਮਨੋਆ ਉੱਠ ਕੇ ਆਪਣੀ ਪਤਨੀ ਨਾਲ ਗਿਆ ਤੇ ਉਸਨੇ ਸਵਰਗਦੂਤ ਤੋਂ ਪੁੱਛਿਆ ਕਿ ਤੂੰ ਉਹੀ ਆਦਮੀ ਹੈ ਜਿਸ ਨੇ ਮੇਰੀ ਪਤਨੀ ਨਾਲ ਗੱਲਬਾਤ ਕੀਤੀ ਸੀ? ਉਸਨੇ ਉੱਤਰ ਦਿੱਤਾ, ਹਾਂ। ਮਨੋਆ ਨੇ ਉਸ ਤੋਂ ਪੁੱਛਿਆ, ਜਦੋਂ ਤੇਰੇ ਕਹੇ ਸ਼ਬਦ ਪੂਰੇ ਹੋਣਗੇ ਤਾਂ ਉਹ ਮੁੰਡਾ ਕਿਸ ਤਰ੍ਹਾਂ ਰਹੇਗਾ, ਉਹ ਕੀ ਕੰਮ ਕਰੇਗਾ? ਸਵਰਗਦੂਤ ਨੇ ਉੱਤਰ ਦਿੱਤਾ, ਤੇਰੀ ਪਤਨੀ ਮੇਰੀਆਂ ਦੱਸੀਆਂ ਸਭ ਚੀਜ਼ਾਂ ਦਾ ਪਰਹੇਜ਼ ਕਰੇ। ਉਹ ਨਾ ਕੋਈ ਅੰਗੂਰਾਂ ਦੀ ਪੈਦਾਵਾਰ ਖਾਵੇ, ਨਾ ਦਾਖਸਰ ਜਾਂ ਸ਼ਰਾਬ ਪੀਵੇ, ਅਤੇ ਨਾ ਹੀ ਕੋਈ ਸ਼ੁੱਧ ਚੀਜ਼ ਖਾਵੇ। ਉਹ ਸਭ ਕੁਝ ਠੀਕ ਮੇਰੇ ਕਹੇ ਅਨੁਸਾਰ ਕਰੇ। ਮਨੋਆ ਜਾਣਦਾ ਨਹੀਂ ਸੀ ਕਿ ਉਹ ਪ੍ਰਭੂ ਦੇ ਸਵਰਗਦੂਤ ਨਾਲ ਗੱਲਾਂ ਕਰ ਰਿਹਾ ਹੈ। ਸੋ ਮਨੋਆ ਨੇ ਉਸਨੂੰ ਕਿਹਾ, ਸਾਡੀ ਬੇਨਤੀ ਹੈ ਕਿ ਤੂੰ ਕੁਝ ਚਿਰ ਠਹਿਰ ਤਾਂ ਅਸੀਂ ਤੇਰੇ ਲਈ ਲੇਲਾ ਪਕਾਈਏ। ਪਰ ਸਵਰਗਦੂਤ ਨੇ ਉੱਤਰ ਦਿੱਤਾ, ਮੈਂ ਨਾ ਤਾਂ ਠਹਿਰ ਸਕਦਾ ਹਾਂ ਤੇ ਨਾ ਹੀ ਤੇਰਾ ਪਕਾਇਆ ਭੋਜਨ ਖਾਵਾਂਗਾ, ਪਰ ਜੇਕਰ ਤੂੰ ਚਾਹੁੰਦਾ ਹੈ ਤਾਂ ਪ੍ਰਭੂ ਦੇ ਸਾਹਮਣੇ ਹੋਮ ਬਲੀ ਚੜਾ। ਮਨੋਆ ਨੇ ਸਵਰਗਦੂਤ ਤੋਂ ਪੁੱਛਿਆ, ਤੇਰਾ ਨਾਂ ਕੀ ਹੈ? ਸਾਨੂੰ ਦੱਸ ਤਾਂ ਜੋ ਤੇਰੇ ਸ਼ਬਦ ਪੂਰੇ ਹੋਣ ਤੇ ਅਸੀਂ ਤੇਰੀ ਉਪਾਸਨਾ ਕਰੀਏ। ਪ੍ਰਭੂ ਦੇ ਸਵਰਗਦੂਤ ਨੇ ਉੱਤਰ ਦਿੱਤਾ, ਤੂੰ ਮੇਰਾ ਨਾਂ ਕਿਉਂ ਪੁੱਛਦਾ ਹੈ? ਕੀ ਇਸ ਲਈ ਕਿ ਇਹ ਸਭ ਅਦਭੁਤ ਹੈ? ਤਦ ਮਨੋਆ ਨੇ ਇੱਕ ਲੇਲਾ ਅਨਾਜ ਦੀ ਭੇਟ ਸਮੇਤ ਲੈ ਕੇ ਇੱਕ ਪੱਥਰ ਉੱਤੇ ਪ੍ਰਭੂ ਦੇ ਸਾਹਮਣੇ ਹੋਮ ਬਲੀ ਚੜਾਈ, ਜੋ ਅਦਭੁਤ ਕੰਮ ਕਰਦਾ ਹੈ। ਕਰਦਾ ਹੈ। ਜਦੋਂ ਉਸ ਬਲੀ ਦਾ ਧੂਆਂ ਆਕਾਸ਼ ਦੇ ਵੱਲ ਉੱਪਰ ਉੱਠਿਆ ਤਾਂ ਉਸ ਦੇ ਨਾਲ ਹੀ ਮਨੋਆ ਅਤੇ ਉਸ ਦੀ ਪਤਨੀ ਨੇ ਸਵਰਗਦੂਤ ਨੂੰ ਉੱਪਰ ਸਵਰਗ ਦੇ ਵੱਲ ਜਾਂਦਿਆਂ ਦੇਖਿਆ। ਉਹਨਾਂ ਤੁਰੰਤ ਧਰਤੀ ਤੇ ਡਿੱਗ ਕੇ ਉਸ ਨੂੰ ਪ੍ਰਣਾਮ ਕੀਤਾ। ਇਸੇ ਘੜੀ ਮਨੋਆ ਨੇ ਜਾਣਿਆ ਕਿ ਉਹ ਤਾਂ ਪ੍ਰਭੂ ਦਾ ਸਵਰਗਦੂਤ ਸੀ, ਜੋ ਉਹਨਾਂ ਨੂੰ ਫਿਰ ਦਿਖਾਈ ਨਾ ਦਿੱਤਾ। ਮਨੋਆ ਨੇ ਆਪਣੀ ਪਤਨੀ ਨੂੰ ਕਿਹਾ, ਅਸੀਂ ਜ਼ਰੂਰ ਮਰਾਂਗੇ ਕਿਉਂਕਿ ਅਸੀਂ ਪਰਮੇਸ਼ਰ ਨੂੰ ਦੇਖਿਆ ਹੈ। ਪਰ ਉਸਦੀ ਪਤਨੀ ਨੇ ਉੱਤਰ ਦਿੱਤਾ, ਨਹੀਂ, ਜੇਕਰ ਪ੍ਰਭੂ ਨੇ ਸਾਨੂੰ ਮਾਰਨਾ ਹੁੰਦਾ ਤਾਂ ਉਹ ਸਾਡੀ ਭੇਟ ਸਵੀਕਾਰ ਨਾ ਕਰਦਾ, ਅਤੇ ਨਾ ਹੀ ਇਹ ਸਭ ਗੱਲਾਂ ਸਾਡੇ ਉੱਤੇ ਪ੍ਰਗਟ ਕਰਦਾ ਅਤੇ ਦੱਸਦਾ। ਤਦ ਮਨੋਆ ਦੀ ਪਤਨੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸ ਦਾ ਨਾਂ ਉਹਨਾਂ ਸੈਮਸੂਨ ਰੱਖਿਆ। ਮੁੰਡਾ ਵੱਡਾ ਹੁੰਦਾ ਗਿਆ ਅਤੇ ਪ੍ਰਭੂ ਨੇ ਉਸ ਨੂੰ ਅਸੀਸ ਦਿੱਤੀ। ਪ੍ਰਭੂ ਦਾ ਆਤਮਾ ਦਾਨ ਕਬੀਲੇ ਦੇ ਇਲਾਕੇ ਦੇ ਸ਼ਹਿਰਾਂ ਸਾਰਾ ਅਤੇ ਅਸ਼ਤਾਉਲ ਵਿਚਕਾਰ ਉਸ ਨੂੰ ਸ਼ਕਤੀਸ਼ਾਲੀ ਕਰ ਰਿਹਾ ਸੀ। ਆਮੀਨ। ਆਮੀਨ। ਸੋ ਦਾਨ ਦੇ ਕਬੀਲੇ ਦੇ ਸਾਰੇ ਉਹਨਾਂ ਇਲਾਕਿਆਂ ਦੇ ਵਿੱਚ ਅਸੀਂ ਸਿਰਫ ਦੇਖਾਂਗੇ। ਕੱਲ ਨੂੰ ਅਸੀਂ ਮੂਵੀ ਦਾ ਹਿੱਸਾ ਵੀ ਦੇਖਾਂਗੇ। ਕੱਲ ਤੋਂ ਅਸੀਂ ਸੈਮਸਨ ਦੀ ਮੂਵੀ ਦੇਖਣੀ ਸ਼ੁਰੂ ਕਰਾਂਗੇ। ਸੈਮਸਨ ਦੀ ਮੂਵੀ ਦਾ ਇੱਕ ਹਿੱਸਾ ਦੇਖਾਂਗੇ। ਇਸ ਚੈਪਟਰ ਨੂੰ ਅਸੀਂ ਬੇਸਿਕਲੀ ਕੱਲ ਨੂੰ ਅੱਧਾ ਕੁ ਚੈਪਟਰ ਅਸੀਂ ਦੇਖਾਂਗੇ। ਔਰ ਅਸੀਂ ਇਸ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਹੜੀਆਂ ਕਿ ਜਿਨ੍ਹਾਂ ਦੇ ਲਈ ਅਸੀਂ ਥੋੜੀ ਜਿਹੀ ਬ੍ਰੇਕ ਲਾ ਕੇ ਸਾਰੀਆਂ ਚੀਜ਼ਾਂ ਦੇਖਾਂਗੇ। ਅਸੀਂ ਜਿੱਦਾਂ ਪਿੱਛੇ ਤੇਜ਼ੀ ਨਾਲ ਪੜ੍ਹਦੇ ਆ ਰਹੇ ਸੀ, ਇੱਥੇ ਥੋੜਾ ਜਿਹਾ ਸਾਨੂੰ ਐਕਸਟਰਾ ਟਾਈਮ ਲੱਗੇਗਾ। ਲੇਕਿਨ ਇੱਕ ਚੀਜ਼ ਇੱਥੇ ਬਹੁਤ ਪਿਆਰੀ ਹੈ, ਜਿਹੜੀ ਜਿਸ ਦਾ ਮੈਂ ਤੁਹਾਡਾ ਧਿਆਨ ਲਿਆਉਣਾ ਮੰਗਦਾ, ਉਹ ਹੈ ਕਿ 17ਵੀਂ ਆਇਤ, ਮਨੋਆ ਨੇ ਸਵਰਗਦੂਤ ਤੋਂ ਪੁੱਛਿਆ, ਤੇਰਾ ਨਾਂ ਕੀ ਹੈ? ਸਾਨੂੰ ਦੱਸ, ਜੋ ਤੇਰੇ ਸ਼ਬਦ ਪੂਰੇ ਹੋਣ ਤੇ ਤੇਰੀ ਉਪਾਸਨਾ ਕਰੀਏ। ਸਵਰਗਦੂਤਾਂ ਦੀ ਉਪਾਸਨਾ ਕਰੀ। ਅੱਜ ਕੱਲ੍ਹ ਸਵਰਗਦੂਤਾਂ ਦੀ ਉਪਾਸਨਾ ਬਹੁਤ ਹੋ ਰਹੀ ਹੈ। ਹਰੇਕ ਬੰਦੇ ਦੇ ਕੋਲ ਇੱਕ ਐਂਜਲ ਜਿਹੜਾ ਉਹਦੀ ਪ੍ਰੋਟੈਕਸ਼ਨ ਕਰਦਾ। ਇਹ ਬਹੁਤ ਰਿਵਾਜ ਨਵਾਂ ਚੱਲਿਆ। ਲੇਕਿਨ ਇੱਥੇ ਦੇਖੋ, ਸਵਰਗਦੂਤ ਨੇ ਆਪਣਾ ਨਾਮ ਵੀ ਨਹੀਂ ਉਸਨੂੰ ਦੱਸਿਆ। ਉਸਨੂੰ ਆਪਣਾ ਨਾਮ ਵੀ ਨਹੀਂ ਦੱਸਿਆ। ਇੱਥੋਂ ਪਤਾ ਲੱਗਦਾ ਕਿ ਇਹ ਸੱਚਮੁੱਚ ਪ੍ਰਭੂ ਦਾ ਵਚਨ। ਉਸਨੇ ਨਾਮ ਪੁੱਛਿਆ। ਉਸਨੇ ਕਿਹਾ ਕਿ ਤੂੰ ਮੇਰਾ ਨਾਮ ਕਿਉਂ ਪੁੱਛਦਾ ਪਿਆ? ਕਿਉਂਕਿ ਤੂੰ ਇਸ ਲਈ ਪੁੱਛਦਾ ਪਿਆ ਕਿ ਤੇਰੇ ਲਈ ਸਾਰਾ ਅਸਚਰਜ। ਉਸਨੇ ਆਪਣਾ ਨਾਮ ਨਹੀਂ ਦੱਸਿਆ। ਉਸਨੇ ਕਿਹਾ ਕਿ ਤੂੰ ਸਾਡੀ ਭੇਂਟ ਸਵੀਕਾਰ ਕਰ। ਉਸਨੇ ਕਿਹਾ, ਨਹੀਂ, ਪ੍ਰਭੂ ਦੇ ਅੱਗੇ ਤੁਸੀਂ ਬਲੀ ਚੜਾਓ, ਹੋਮ ਬਲੀ ਚੜਾਓ, ਮਿਲਾਪ ਦੀ ਬਲੀ, ਹੋਮ ਬਲੀ ਚੜਾਓ।
ਉਹਨਾਂ ਨੇ ਲਿਆ ਕੇ ਬਲੀ ਚੜਾਈ, ਉਸ ਧੂਏ ਦੇ ਨਾਲ ਹੀ ਉਹ ਸੁਰਗਦੂਤ ਚਲਾ ਗਿਆ। ਇਹ ਮੇਨ ਚੀਜ਼ ਹੈ ਦੇਖਣ ਵਾਲੀ। ਲੇਕਿਨ ਕੱਲ ਨੂੰ ਅਸੀਂ ਦੇਖਾਂਗੇ ਕਿ ਸਮੂਸਨ ਕਿਹੜੇ ਕਬੀਲੇ ਦੇ ਵਿੱਚ ਹੋਇਆ, ਕਿਹੜੇ ਲੋਕ ਉੱਥੋਂ ਹਮਲਾ ਕਰਦੇ ਸੀ, ਔਰ ਕਿਸ ਤਰ੍ਹਾਂ ਉਹਨਾਂ ਇਲਾਕਿਆਂ ਦੇ ਵਿੱਚ ਸਮਸਨ ਨੇ ਇੱਕ ਬਰਕਤ ਦਾ ਕਾਰਨ ਬਣਿਆ। ਔਰ ਇਹ ਕੱਲ ਨੂੰ ਅਸੀਂ ਮੂਵੀ ਵੀ ਸ਼ੁਰੂ ਕਰਾਂਗੇ ਨਾਲ ਔਰ ਨਾਲ ਇਸ ਨੂੰ ਦੇਖਾਂਗੇ। ਆਓ ਦੁਆ ਕਰੀਏ। ਪਿਆਰੇ ਪ੍ਰਭੂ, ਅਸੀਂ ਤੇਰਾ ਸ਼ੁਕਰ ਕਰਦੇ ਹਾਂ ਕਿ ਆਪਣੇ ਘਰਾਣੇ ਦੀ ਰਾਖੀ ਤੂੰ ਕਿਸ ਤਰ੍ਹਾਂ ਕਰਦਾ। ਖੁਦਾਵੰਦ, ਇਹਨਾਂ ਦੇ ਵਿੱਚ ਮੁਸੀਬਤਾਂ ਆਈਆਂ, ਪਰ ਅਸੀਂ ਤੇਰਾ ਸ਼ੁਕਰ ਕਰਦੇ ਕਿ ਹਰ ਮੁਸੀਬਤ ਦੇ ਵਿੱਚ ਤੇਰਾ ਰਹਿਮ ਬਣ ਕੇ ਤੂੰ ਉੱਥੇ ਉਤਰਿਆ, ਤੇਰਾ ਆਤਮਾ ਉੱਥੇ ਉਤਰਿਆ। ਔਰ ਪ੍ਰਭੂ ਜੀ, ਤੂੰ ਉਹਨਾਂ ਨੂੰ ਬਰਕਤ ਦਿੱਤੀ। ਉਹਨਾਂ ਨੇ ਤੈਨੂੰ ਪੁਕਾਰਿਆ, ਆਪਣੇ ਪਾਪ ਦੇ ਵਿੱਚ ਰਹਿੰਦਿਆਂ ਹੋਇਆਂ ਤੈਨੂੰ ਪੁਕਾਰਿਆ। ਪ੍ਰਭੂ ਜੀ, ਤੂੰ ਉਹਨਾਂ ਵੱਲ ਮੁੜ ਕੇ ਦੇਖਿਆ। ਇਸ ਲਈ ਤੇਰਾ ਸ਼ੁਕਰ ਕਰਦੇ, ਤੇਰਾ ਸ਼ੁਕਰ ਕਰਦੇ ਪ੍ਰਭੂ ਜੀ। ਤੂੰ ਸਾਡੀਆਂ ਸਭ ਸਰੀਰ ਦੀਆਂ ਜ਼ਰੂਰਤਾਂ ਤੰਦਰੁਸਤੀ ਦੇ ਖੁਦਾਵੰਦ, ਮਨ ਨੂੰ ਆਪਣੀ ਸ਼ਾਂਤੀ ਦੇ, ਔਰ ਪ੍ਰਭੂ ਜੀ ਇਸੇ ਤਰ੍ਹਾਂ ਆਤਮਾ ਦੀ ਭਰਪੂਰੀ ਦੇ। ਬੁਰੇ ਔਰ ਬੁਰਾਈ ਤੋਂ ਸਾਨੂੰ ਬਚਾ ਕੇ ਰੱਖ, ਆਪਣੇ ਵਿੱਚ ਬਣਾ ਕੇ ਰੱਖ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਸਭ ਕੁਝ ਮੰਗਦੇ ਹਾਂ ਔਰ ਸਾਰੇ ਭੈਣ ਭਰਾ ਕਹਿ ਕੱਲ ਨੂੰ ਮਿਲਾਂਗੇ ਔਰ ਕੱਲ ਨੂੰ ਅਸੀਂ ਸੈਮਸਨ ਦੀ ਸਟੋਰੀ ਸ਼ੁਰੂ ਕਰਾਂਗੇ। ਬਲੈਸ ਯੂ।